हाँ जी, सारे विद्यार्थियों ਨੂੰ सत श्री अकाल। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੀ ਪੰਜਾਬੀ ਸਾਹਿਤ ਦੀ ਜਮਾਤ ਦੇ ਵਿੱਚ, ਜਿਹਦੇ ਵਿੱਚ ਆਪਾਂ ਸਾਡਾ ਕਵੀ ਪੜ੍ਹ ਰਹੇ ਸੀਗੇ ਸੋਹਣ ਸਿੰਘ ਮੀਸ਼ਾ। हाँ जी, ਸੋਹਣ ਸਿੰਘ ਮੀਸ਼ਾ ਜਿਹੜਾ ਸਾਡਾ ਕਵੀ ਹੈ, ਉਹਦੇ ਬਾਰੇ ਆਪਾਂ ਸਾਡੀ BA ਵਾਲੀ ਜਮਾਤ ਹੈ ਜਿਹੜੀ ਉਹਦੇ ਵਿੱਚ ਪੜ੍ਹਨਾ ਹੈ। BA ਵਾਲੀ ਜਮਾਤ ਹੈ ਜਿਹੜੀ ਉਹਦੇ ਵਿੱਚ ਸੋਹਣ ਸਿੰਘ ਮੀਸ਼ਾ ਦੇ ਜੀਵਨ ਬਾਰੇ ਵੀ ਦੇ ਰੱਖਿਆ ਅੰਤ ਵਿੱਚ, ਤੇ ਉਸ ਤੋਂ ਬਾਅਦ ਕਵਿਤਾਵਾਂ ਦੇ ਰੱਖੀਆਂ। ਚੁਰਸਤਾ ਦੇ ਰੱਖੀ है एक कविता, एक बड़ी शानदार कविता लीक, एक प्रिज्म कविता भी दे रखी है। ये कवितावां दी आपां आलोचनात्मक व्याख्या करते हैं, विचों प्रश्न किवें बनते हैं उन्हां बारे गल करांगे। हाँ जी, सोहण सिंह मीशा दी आपां जमात है जिहड़ी 12वीं वाली ओह आपां लै चुके हैं, उहदे नाल आपां नोट्स भी क्लीयर कर चुके हैं। हाँ जी, आप सोहण सिंह मीशा ਦੀਆਂ 12ਵੀਂ ਦੇ ਵਿੱਚ 2 ਜਿਹੜੀਆਂ ਸੀ ਕਵਿਤਾਵਾਂ ਪੜ੍ਹੀਆਂ ਸੀ, ਇੱਕ ਧਰਤੀ ਦੇ ਬੋਲ ਤੇ ਇੱਕ ਦੁਸ਼ਮਣੀ ਦੀ ਦਾਸਤਾਨ। ਇਹਨਾਂ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਪ੍ਰਸ਼ਨ ਕੋਈ ਵੀ ਬਣਨਾ ਹੋਵੇ XYZ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਵੇਂ ਬਣਦਾ ਹੋਊਗਾ। ਹੁਣ ਆਪਾਂ ਗੱਲ ਕਰਦੇ ਹਾਂ ਸਰਦਾਰ ਸੋਹਣ ਸਿੰਘ ਮੀਸ਼ਾ। ਲਿਖਣ ਦਾ ਤਰੀਕਾ ਸ ਮੀਸ਼ਾ ਲਿਖਿਆ ਹੁੰਦਾ, ਇਹਦਾ ਮਤਲਬ ਹੈ ਵੀ ਸੋਹਣ ਸਿੰਘ ਮੀਸ਼ਾ ਉਹ ਨਾਮ ਉਹਦਾ। सुरजीत पात्र सोहण सिंह मीशा 1934-1986। सोहण सिंह मीशा का जन्म होंदा है जी 30 अगस्त 1934, पिंड भेट जिला कपूरथला। पंजाब यूनीवर्सिटी तो MA अंग्रेजी करके नैशनल कॉलेज सनियाले विच अध्यापन करवाया। आकाशवाणी जलंधर विच काम किया। 21 सितंबर 1986 ਨੂੰ देहांत हो गया। चुरस्ता ਜਿਹੜੀ ਹੈਗੀ ਹੈ ਪਹਿਲੀ ਕਾਵ ਸੰਗ੍ਰਹਿ ਹੈ ਚੁਰਸਤਾ, 1961 ਉਹਦਾ ਦੇ ਰੱਖਿਆ ਸਨ। ਇਹ ਤੁਸੀਂ ਯਾਦ ਰੱਖਣਾ ਹੈ। ਚੁਰਸਤਾ ਜਿਹੜਾ ਕਾਵ ਸੰਗ੍ਰਹਿ ਉਸ ਦੇ ਪ੍ਰਕਾਸ਼ਨ ਦਾ ਵਰਾ, ਪ੍ਰਕਾਸ਼ਨ ਦਾ ਸਨ ਹੈ ਜਿਹੜਾ 1961 ਹੈ। ਦਸਤਕ 1966, ਕੱਚ ਦੇ ਵਸਤਰ। ਅੱਗੇ ਮੀਸ਼ਾ ਕਾਵ ਤੇ ਧੀਮੇ ਬੋਲ ਉਸ ਦੀਆਂ 94ਵੀਆਂ ਕਾਵ ਸੰਗ੍ਰਹਿ ਹਨ। 94ਵੀਆਂ ਕਾਵ ਰਚਨਾਵਾਂ ਦੇ ਸੰਗ੍ਰਹਿ ਹਨ ਮੀਸ਼ਾ ਕਾਵ ਤੇ ਧੀਮੇ ਬੋਲ। 2 ਹੋਰ है 94ਵੀਆਂ ਜਿਹੜੀਆਂ ਕਵਿਤਾਵਾਂ ਮੁੱਖ ਕਵਿਤਾਵਾਂ ਜਿਹੜੀਆਂ ਪ੍ਰਸਿੱਧ ਜ਼ਿਆਦਾ ਹੋਈਆਂ, ਉਹਨਾਂ ਨੂੰ ਚੁਣ ਕੇ ਇੱਕ ਕਾਵ ਸੰਗ੍ਰਹਿ ਬਣਾਇਆ ਗਿਆ ਸੀ। ਮੀਸ਼ਾ ਕਾਵ ਤੇ ਧੀਮੇ ਬੋਲ 2 ਬਣਾਏ ਗਏ ਸੀ। ਜਿਹੜੀਆਂ ਇਹ ਜਿਹੜੀਆਂ ਚੁਰਸਤਾ, ਦਸਤਕ, ਕੱਚ ਦੇ ਵਸਤਰ, ਇਹ ਇਸ ਦੇ ਬਹੁਤ ਚਰਚਿਤ ਕਾਵ ਸੰਗ੍ਰਹਿ ਹਨ। ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਗੱਲ ਕਹੀ ਹੈ। ਮੋਹਨ ਸਿੰਘ ਕਿਹਾ ਕਰਦੇ ਸਨ, ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਗੱਲ ਕਹੀ ਹੈ। ਕੀ ਕਹੀ ਹੈ ਕਿ ਮੀਸ਼ਾ ਦੇ ਕਾਵ ਦਾ ਮੀਰੀ ਜਾਂ ਮੁੱਖ ਗੁਣ ਹੈ ਜਿਹੜਾ ਉਹ ਇਸ ਦੀ ਯਥਾਰਥ ਪ੍ਰਾਇਣਤਾ ਹੈ। ਮੀਸ਼ਾ ਜਿਹੜਾ ਕਵੀ ਹੈ ਉਸ ਦਾ ਪ੍ਰਮੁੱਖ ਗੁਣ ਕੀ ਹੈ ਉਸ ਦੀ ਕਵਿਤਾ ਦਾ? ਮੈਂ ਤੁਹਾਨੂੰ ਦੱਸਿਆ ਸੀ ਵੀ ਮੀਸ਼ਾ ਹੈ ਜਿਹੜਾ ਉਹ ਯਥਾਰਥਵਾਦੀ ਕਵੀ ਹੈ, ਅਰਥਾਤ ਉਹ ਮੂਲ ਤੌਰ 'ਤੇ ਯਥਾਰਥਵਾਦੀ ਵੀ ਹੈ ਅਤੇ ਪ੍ਰਗਤੀਸ਼ੀਲ ਵੀ। ਇਹ ਗੱਲ ਆਖੀ ਆ ਮੋਹਨ ਸਿੰਘ ਨੇ। ਹੁਣ ਗੱਲ ਕੀ ਹੈ ਵੀ ਮੋਹਨ ਸਿੰਘ ਇਸ ਨੂੰ ਯਥਾਰਥਵਾਦੀ ਵੀ ਮੰਨਦਾ ਹੈ ਅਤੇ ਪ੍ਰਗਤੀਸ਼ੀਲ ਕਵੀ ਵੀ। ਪਹਿਲਾਂ ਉਸ ਨੂੰ ਪ੍ਰਗਤੀਸ਼ੀਲ ਲਹਿਰ ਦਾ ਹਾਮੀ ਮੰਨਿਆ ਜਾਂਦਾ ਰਿਹਾ, ਪਰ ਮਗਰੋਂ ਉਸ ਨੂੰ ਯੁੱਗ ਦੇ ਯਥਾਰਥ ਦਾ ਚਿਤੇਰਾ, ਯੁੱਗ ਦੇ ਯਥਾਰਥ ਦਾ ਚਿੱਤਰ ਖਿੱਚਣ ਵਾਲਾ, ਚਿੱਤਰ ਬਣਾਉਣ ਵਾਲਾ ਕੌਣ ਹੈ ਜੀ? ਸੋਹਣ ਸਿੰਘ ਮੀਸ਼ਾ ਹੈ। ਇਹ ਗੱਲ ਤੁਸੀਂ ਧਿਆਨ ਰੱਖਣੀ ਹੈ। ਯੁੱਗ ਦੇ ਯਥਾਰਥ ਦਾ ਚਿਤੇਰਾ ਸੋਹਣ ਸਿੰਘ ਮੀਸ਼ਾ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੀ ਗੱਲ ਹੈ ਇਹ ਵੀ ਚੇਤੇ ਰੱਖਣੀ ਹੈ। ਅਤੇ ਮੀਸ਼ਾ ਨੂੰ ਯੁੱਗ ਦੇ ਯਥਾਰਥ ਦਾ ਚਿਤੇਰਾ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸ ਦੇ ਕਾਵ ਅਨੁਭਵ ਵਿੱਚ ਬੌਧਿਕਤਾ ਦਾ ਤੱਤ ਪ੍ਰਧਾਨ ਹੈ। ਬੌਧਿਕਤਾ ਦਾ ਤੱਤ ਪ੍ਰਧਾਨ ਕਈ ਕਵੀਆਂ ਦੇ ਵਿੱਚ ਰਿਹਾ। ਤੁਹਾਨੂੰ ਪਤਾ ਹੈ ਕਿ ਜਿਵੇਂ ਆਪਾਂ ਕਵੀ ਪੜ੍ਹਦੇ ਸੀ ਪ੍ਰੀਤਮ ਸਿੰਘ ਸਫੀਰ, ਉਸ ਨੂੰ ਪ੍ਰੇਮ ਕ੍ਰਾਂਤੀ ਅਤੇ ਰਹੱਸਵਾਦ। ਸੋ ਪ੍ਰੀਤਮ ਸਿੰਘ ਸਫੀਰ ਦਾ ਜਿਹੜਾ ਰਹੱਸਵਾਦ ਸੀ ਉਹ ਬੌਧਿਕਤਾ ਦੇ ਉੱਪਰ ਆਧਾਰਿਤ ਸੀ। ਇੱਥੇ ਸੋਹਣ ਸਿੰਘ ਮੀਸ਼ਾ ਦਾ ਜਿਹੜਾ ਬੌਧਿਕਤਾ ਹੈ ਉਹ ਯਥਾਰਥਵਾਦ ਦੇ ਉੱਪਰ ਆਧਾਰਿਤ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਅੱਗੇ ਕਵਿਤਾ ਨੂੰ ਸੰਘਰਸ਼ਸ਼ੀਲਾਂ ਦਾ ਸਸ਼ਕਤ ਸ਼ਸਤਰ ਮੰਨਦਾ ਹੈ। ਕੌਣ ਮੰਨਦਾ ਹੈ? ਸੋਹਣ ਸਿੰਘ ਮੀਸ਼ਾ। ਸੋਹਣ ਸਿੰਘ ਮੀਸ਼ਾ ਕਵਿਤਾ ਨੂੰ ਕਹਿੰਦਾ ਹੈ ਵੀ ਕਵਿਤਾ ਹੈ ਨਾ ਜਿਹੜੀ ਕਾਵ ਰਚਨਾ ਹੈ, ਕਹਿੰਦਾ ਵੀ ਉਹ ਸੰਘਰਸ਼ਸ਼ੀਲਾਂ ਦਾ ਸਸ਼ਕਤ ਸ਼ਸਤਰ ਹੈ। ਕਹਿੰਦਾ ਇਹ ਵੀ ਇੱਕ ਤਰ੍ਹਾਂ ਦਾ ਹਥਿਆਰ ਹੈ। ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਵਾਸਤੇ ਇੱਕ ਹਥਿਆਰ ਦੇ ਵਜੋਂ ਇਸਤੇਮਾਲ ਹੁੰਦੀ ਹੈ ਕਵਿਤਾ। ਉਹ ਮੰਨਦਾ ਹੈ ਕਿ ਕਵਿਤਾ ਮਾਨਵ ਦੇ ਮਾਨਸਿਕ ਸੰਕਟ ਦਾ ਕਲਿਆਣਕਾਰੀ ਹੱਲ ਦੇ ਸਕਦੀ ਹੈ। ਸੋਹਣ ਸਿੰਘ ਮੀਸ਼ਾ ਦੀਆਂ ਗੱਲਾਂ ਤੁਸੀਂ ਚੇਤੇ ਰੱਖਣੀਆਂ। ਅਗਰ ਪ੍ਰਸ਼ਨ ਬਣੇ ਕਿ ਕਵਿਤਾ ਮਾਨਵ ਦੇ ਮਾਨਸਿਕ ਸੰਗਠਨ ਦਾ ਮਾਨਸਿਕ ਸੰਕਟ ਦਾ ਕਲਿਆਣਕਾਰੀ ਹੱਲ ਦੇ ਸਕਦੀ ਹੈ,
ਇਹ ਗੱਲ ਕਿਹੜੇ ਕਵੀ ਦੇ ਉੱਪਰ ਢੁੱਕਦੀ ਹੈ? ਤਾਂ ਇਹ ਗੱਲ ਸੋਹਣ ਸਿੰਘ ਮੀਸ਼ਾ ਦੇ ਉੱਪਰ, ਕਿਉਂਕਿ ਸੋਹਣ ਸਿੰਘ ਮੀਸ਼ਾ ਇਹ ਗੱਲ ਮੰਨਦਾ ਹੈ। ਉਸ ਦੀ ਕਾਵਿ ਰਚਨਾ ਵਿੱਚ ਸੰਬੋਧਨੀ ਸ਼ੈਲੀ ਦੀ ਪ੍ਰਧਾਨਤਾ ਦੇਖਣ ਨੂੰ ਮਿਲਦੀ ਹੈ। ਸੰਬੋਧਨ ਕਰਨਾ, ਕਿਸੇ ਨੂੰ, ਆਪਣੇ ਆਪ ਨੂੰ, ਲੋਕਾਂ ਨੂੰ ਸੰਬੋਧਨ ਕਰਨਾ, ਕਿਤੇ ਸਵੈ ਨੂੰ ਸੰਬੋਧਨ ਹੈ ਤੇ ਕਿਧਰੇ ਪਰ ਨੂੰ, ਕਿਤੇ ਆਪਣੇ ਆਪ ਨੂੰ ਸੰਬੋਧਨ ਹੈ, ਕਿਤੇ ਦੂਸਰੇ ਨੂੰ। ਉਸ ਦੇ ਸ਼ਬਦ ਪ੍ਰਯੋਗਾਂ ਵਿੱਚ ਸੰਜਮ, ਸਾਦਗੀ ਹੈ। ਕਾਵਿ ਵਿੱਚ ਵਿਅੰਗ ਤੇ ਤਿੱਖੇ ਡੰਗ ਹਨ। ਬਿਲਕੁਲ ਸਹੀ ਹੈ, ਵਿਅੰਗ ਕਰਦਾ ਸਹੀ ਹੈ, ਬਿਲਕੁਲ ਇਹ ਗੱਲ ਆਪਾਂ ਪੜ੍ਹ ਵੀ ਚੁੱਕੇ ਸੀ ਆਪਾਂ ਇਹ ਗੱਲ। ਆਧੁਨਿਕ ਜ਼ਿੰਦਗੀ ਦੇ ਅਨੇਕ ਪੱਖਾਂ ਨੂੰ ਦਰਸਾਉਣ ਵਾਲਾ ਉਸ ਨੇ ਨਾਭਿਕ ਯੁੱਗ ਜਾਂ ਪਰਮਾਣੂ ਕਾਲ ਦੇ ਮਨੁੱਖ ਦੀ ਤਰੇੜੀ ਸ਼ਖਸੀਅਤ ਵੱਲ ਧਿਆਨ ਦਿਵਾਇਆ ਹੈ। ਰਿਸ਼ਤਿਆਂ ਦੇ ਵਿੱਚ ਆਉਂਦੀ ਹੋਈ ਤਰੇੜ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਦੇ ਜਿਹੜੇ ਇਹ ਡਬਲ ਮਾਈਂਡਡ ਰਿਸ਼ਤੇ ਆ ਜਿਹੜੇ, ਉਹਨਾਂ ਨੂੰ ਦੱਸਦਾ ਉਹ। ਅੰਦਰੋਂ ਹੋਰ ਤੇ ਬਾਹਰੋਂ ਜੀਵਨ ਜੀ ਰਹੇ, ਬਾਹਰੋਂ ਹੋਰ ਜੀਵਨ ਜੀ ਰਹੇ ਦੰਭੀ ਤੇ ਪਖੰਡੀ ਜੀਵਨ ਜਾਚ ਵਾਲੇ ਲੋਕਾਂ ਨੂੰ ਬੇਨਕਾਬ ਜਾਂ ਨੰਗਿਆਂ ਕਰਨ ਦੀ ਇਸ ਦਾ ਕੋਸ਼ਿਸ਼ ਰਹੀ ਹੈ। ਮਨੁੱਖੀ ਰਿਸ਼ਤਿਆਂ ਨੂੰ ਉਹ ਕਾਵਿ ਪ੍ਰਤਿਭਾ ਦੇ ਸੂਖਮ ਦਰਸ਼ਕ ਨਾਲ ਦੇਖਦਾ ਹੈ। ਉਸ ਨੇ ਜ਼ਿੰਦਗੀ ਨੂੰ ਇੱਕ ਮਾਸੂਮ ਬਾਲ ਦੀ ਤਰ੍ਹਾਂ ਪਿਆਰ ਕੀਤਾ ਹੈ। ਇਹ ਮਾਸੂਮੀਅਤ ਉਸ ਦੇ ਕਾਵਿ ਦਾ ਸ਼ਿੰਗਾਰ ਹੈ। ਇਹ ਗੱਲਾਂ ਸਾਰੀਆਂ ਚੇਤੇ ਰੱਖਣ ਵਾਲੀਆਂ, ਸਾਰੀਆਂ ਟੋਟਲੀ, ਕੋਈ ਵੀ ਗੱਲ ਇਹਦੇ ਵਿੱਚੋਂ ਵਿਸਾਰਨੀ ਨਹੀਂ। ਤੁਸੀਂ ਵਾਰੀ ਵਾਰੀ ਇਹਨਾਂ ਗੱਲਾਂ ਨੂੰ ਪੜ੍ਹਦੇ ਰਹਿਣਾ, ਇਹਦੇ ਨਾਲ ਤੁਹਾਡੇ ਯਾਦ ਹੋ ਜਾਣਗੀਆਂ ਇਹ ਚੀਜ਼ਾਂ। ਹਾਂਜੀ, ਅੱਗੇ ਆਪਾਂ ਗੱਲ ਕਰੀਏ ਸਰਦਾਰ ਸੋਹਣ ਸਿੰਘ ਮੀਸ਼ਾ ਦੀ। ਹਾਂ, ਇਸ ਤੋਂ ਬਾਅਦ ਹੈ ਸ਼ਿਵ ਕੁਮਾਰ ਬਟਾਲਵੀ। ਆਪਾਂ ਅਗਲਾ ਕਵੀ ਪੜ੍ਹ ਦਾਂਗੇ, ਚਲੋ ਕੋਈ ਨਹੀਂ, ਅੱਗੇ ਪਿੱਛੇ ਹੋ ਗਏ ਫਿਰ ਵੀ ਕੋਈ ਗੱਲ ਨਹੀਂ। ਹਾਂ, ਸਭ ਤੋਂ ਪਹਿਲੀ ਕਵਿਤਾ ਹੈ ਚੁਰਸਤਾ। ਚੁਰਸਤਾ ਕਵਿਤਾ ਵੀ ਹੈ ਤੇ ਚੁਰਸਤਾ ਇਹਦਾ ਕਾਵਿ ਸੰਗ੍ਰਹਿ ਵੀ ਹੈ। ਵੀ ਕਾਵਿ ਸੰਗ੍ਰਹਿ ਹੁੰਦਾ ਵੀ ਬਹੁਤ ਸਾਰੀਆਂ ਕਵਿਤਾਵਾਂ ਜਿਹਦੇ ਵਿੱਚ ਹੋਣ ਇੱਕ ਇਕੱਠੀਆਂ ਕੀਤੀਆਂ ਇੱਕ ਕਿਤਾਬ ਦੇ ਵਿੱਚ, ਉਸ ਨੂੰ ਆਪਾਂ ਕਾਵਿ ਸੰਗ੍ਰਹਿ ਕਹਿ ਦਿੰਦੇ। ਅਤੇ ਉਹਦੇ ਵਿੱਚ ਕੋਈ ਇੱਕ ਪ੍ਰਸਿੱਧ ਕਵਿਤਾ ਜਿਹੜੀ ਹੁੰਦੀ ਆ ਉਸ ਦੇ ਨਾਮ 'ਤੇ ਹੀ ਕਾਵਿ ਸੰਗ੍ਰਹਿ ਦਾ ਨਾਮ ਦਿੱਤਾ ਜਾਂਦਾ ਹੁੰਦਾ। ਇਸੇ ਕਰਕੇ ਚੁਰਸਤਾ ਅਤੇ ਚੁਰਸਤਾ, ਇੱਧਰ ਵੀ ਨਾਮ ਚੁਰਸਤਾ ਲਿਖਿਆ, ਉੱਧਰ ਵੀ ਚੁਰਸਤਾ। ਕਵਿਤਾ ਦਾ ਨਾਮ ਹੈ ਚੁਰਸਤਾ। ਮੀਸ਼ਾ ਦਾ ਮੁੱਖ ਥੀਮ, ਮੀਸ਼ਾ, ਸੋਹਣ ਸਿੰਘ ਮੀਸ਼ਾ ਦਾ ਮੁੱਖ ਵਿਸ਼ਾ ਇਸ ਕਵਿਤਾ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਕੀ ਕੁਛ ਹੈ ਦੇਖੋ। ਨਿਰਾਸ਼ਾ, ਉਦਾਸੀ ਅਤੇ ਸਥਿਰਤਾ ਦੀ ਸਥਿਤੀ ਦੇ ਵਿੱਚ ਕੀ ਹੁੰਦਾ ਹੈ? ਚੇਤਨਾ ਅਤੇ ਵਿਸ਼ਲੇਸ਼ਣ ਦੇ ਦੁਆਰਾ, ਵਿਸ਼ਲੇਸ਼ਣ ਬਿਰਤੀ ਦੁਆਰਾ ਜਿੱਤ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਨਿਰਾਸ਼ਾ ਆ ਜਾਂਦੀ ਹੈ, ਜਦੋਂ ਖੜੋਤ ਆ ਜਾਂਦੀ ਹੈ, ਜ਼ਿੰਦਗੀ ਇੱਕ ਜਗ੍ਹਾ 'ਤੇ ਖੜ੍ਹ ਜਾਂਦੀ ਹੈ, ਜਦੋਂ ਬੰਦਾ ਬਿਲਕੁਲ ਨਿਰਾਸ਼ ਹੋ ਜਾਂਦਾ ਹੈ, ਜਦੋਂ ਉਦਾਸ ਹੋ ਜਾਂਦਾ ਹੈ, ਉਸ ਨੀਰਸ ਸਥਿਤੀ ਦੇ ਵਿੱਚ ਕੀ ਕੀਤਾ ਗਿਆ ਹੈ? ਇੱਕ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਵਿਸ਼ਲੇਸ਼ਣ ਦੇ ਦੁਆਰਾ ਜਿੱਤ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਕਵਿਤਾ ਦਾ ਨਾਮ ਹੈ ਚੁਰਸਤਾ। ਉਹ ਜਗ੍ਹਾ ਜਿੱਥੋਂ ਚਾਰ ਰਸਤੇ ਨਿਕਲਦੇ ਹੋਣ, ਆਪਾਂ ਉਸ ਨੂੰ ਕਹਿ ਦਿੰਦੇ ਹਾਂ ਚੁਰਸਤਾ, ਚੌਰਾਹਾ। ਕਿੰਨੀ ਅੰਨੀ ਹੈ ਇਹ ਰਾਤ, ਬੁਝ ਗਏ ਸਾਰੇ ਚਿਰਾਗ, ਚੌਂਕ ਦੀ ਬੱਤੀ ਬਿਨਾ, ਚੌਂਕ ਦੀ ਮਰੀਅਲ ਜਿਹੀ ਬੱਤੀ ਬਿਨਾ, ਕਿਰਨ ਚਾਨਣ ਦੀ ਕਿਤੋਂ ਵੀ ਪਾ ਰਹੀ ਨਾ ਕੋਈ ਝਾਤ। ਚੌਂਕ ਅਕਸਰ ਸ਼ਹਿਰਾਂ ਦੇ ਵਿੱਚ ਹੁੰਦੇ ਆ, ਚੌਂਕ ਬਣੇ ਹੁੰਦੇ ਆ ਅਤੇ ਉੱਪਰ ਇੱਕ ਮੇਨ ਹੈੱਡਲਾਈਟ ਲੱਗੀ ਹੁੰਦੀ ਹੈ ਵੱਡੀ ਸਾਰੀ। ਹੁਣ ਉਹਦਾ ਇੱਕ ਮਤਲਬ ਕੀ ਹੈ, ਪ੍ਰਤੀਕ ਬਿੰਬ ਲੈ ਕੇ ਕਵੀ ਨੇ ਆਪਣੇ ਥੀਮ ਨੂੰ, ਆਪਣੇ ਵਿਸ਼ੇ ਨੂੰ ਪ੍ਰਗਟ ਕੀਤਾ। ਇਹ ਕਿੰਨੀ ਅੰਨੀ ਹੈ ਰਾਤ, ਬੁਝ ਗਏ ਸਾਰੇ ਚਿਰਾਗ, ਚੌਂਕ ਦੀ ਬੱਤੀ ਬਿਨਾ, ਚੌਂਕ ਦੀ ਮਰੀਅਲ ਜਿਹੀ ਬੱਤੀ ਬਿਨਾ, ਕਿਰਨ ਚਾਨਣ ਦੀ ਕਿਤੋਂ ਵੀ ਪਾ ਰਹੀ ਨਾ ਕੋਈ ਝਾਤ। ਸਾਰੇ ਪਾਸੇ ਨਿਰਾਸ਼ਾ ਛਾਈ ਹੋਈ ਹੈ। ਸਾਰੇ ਜਿਵੇਂ ਮੰਨ ਲਓ ਵੀ ਅੱਧੀ ਰਾਤ ਨੂੰ ਜਿਵੇਂ ਉਹ ਇਕੱਲੇ ਚੌਂਕ ਦੀ ਬੱਤੀ ਜਗਦੀ ਹੈ, ਬਾਕੀ ਸਾਰੇ ਘਰਾਂ ਦੀਆਂ ਬੱਤੀਆਂ, ਆਸੇ ਪਾਸੇ ਵਾਲੀਆਂ ਲਾਈਟਾਂ ਸਭ ਬੰਦ ਹੈ। ਉਸ ਸਥਿਤੀ ਦੇ ਵਿੱਚ, ਉਸ ਸਥਿਤੀ ਨੂੰ ਹੁਣ ਅਸਲ ਜ਼ਿੰਦਗੀ ਦੇ ਨਾਲ ਜੋੜੋ। ਕਿਵੇਂ ਜੋੜਿਆ ਸੋਹਣ ਸਿੰਘ ਮੀਸ਼ੇ ਨੇ? ਕੀ ਕਹਿੰਦਾ ਹੈ ਇਸ ਕਵਿਤਾ ਦਾ ਅਸਲ ਅਰਥ ਕੀ ਨਿਕਲ ਰਿਹਾ ਕਿ ਨਿਰਾਸ਼ਾ ਦੀ ਸਥਿਤੀ ਹੈ ਚਾਰੋਂ ਪਾਸੇ, ਉਹਦੇ ਵਿੱਚ ਇੱਕ ਛੋਟੀ ਜਿਹੀ ਚਾਨਣ ਦੀ ਜਿਹੜੀ ਆਸ, ਉਮੀਦ ਹੈ ਜਿਹੜੀ ਉਹ ਚੌਂਕ ਦੀ ਬੱਤੀ ਦੇ ਰੂਪ ਵਿੱਚ ਮੈਨੂੰ ਨਜ਼ਰ ਆ ਰਹੀ ਹੈ। ਉਸ ਤੋਂ ਬਿਨਾਂ ਹੋਰ ਕੋਈ ਵੀ ਚਾਹਤ, ਉਸ ਕੋਈ ਵੀ ਚੀਜ਼ ਦਿਖ ਨਹੀਂ। ਸੁੰਘਿਆ ਇਸ ਨੂੰ ਉਦਾਸੀ ਸੱਪ ਨੇ। ਆਪਾਂ ਕਹਿ ਦਿੰਦੇ ਹਾਂ ਵੀ ਤੈਨੂੰ ਕਿਹੜੀ ਉਦਾਸੀ ਨੇ ਸੁੰਘ ਲਿਆ। ਹੁਣ ਇੱਥੇ ਕੀ ਹੈ ਵੀ ਇਹ ਤੁਸੀਂ ਐਵੇਂ ਸਮਝੋ ਵੀ ਉਦਾਸੀ ਸੱਪ, ਸੋ ਉਦਾਸੀ ਨੂੰ ਸੱਪ ਦੱਸਿਆ ਗਿਆ ਹੈ ਵੀ ਉਦਾਸੀ ਜਦੋਂ ਹੁੰਦੀ ਆ ਉਦੋਂ ਬੰਦਾ ਚੁੱਪ ਹੋ ਜਾਂਦਾ ਹੈ, ਉਦੋਂ ਬੰਦਾ ਇੱਕ ਤਰ੍ਹਾਂ ਦਾ ਮਤਲਬ ਕੀ ਹੈ, ਸ਼ਾਂਤਮਈ ਅਵਸਥਾ ਦੇ ਵਿੱਚ, ਉਦਾਸੀ ਦੇ ਵਿੱਚ ਚੱਲ ਜਾਂਦਾ। ਜਦੋਂ ਉਦਾਸੀ ਆਉਂਦੀ ਆ ਉਦੋਂ ਸ਼ਾਂਤ ਹੋ ਜਾਂਦਾ, ਅਤੇ ਜਦੋਂ ਸੱਪ ਲੜਦਾ ਅਤੇ ਉਦੋਂ ਵੀ, ਉਸ ਤੋਂ ਬਾਅਦ ਵੀ ਇੱਕ ਸੱਪ ਸੁੰਘ ਜੇ, ਜਦੋਂ ਕਿਸੇ ਨੂੰ ਮਰਨ ਦੇ ਕਿਨਾਰੇ ਜਦੋਂ ਕੋਈ ਹੋਵੇ ਉਦੋਂ ਵੀ ਸ਼ਾਂਤੀ ਹੁੰਦੀ। ਹਾਂ, ਸੁੰਘਿਆ ਇਸ ਨੂੰ ਸੱਪ, ਉਦਾਸੀ ਸੱਪ ਨੇ, ਕੀ ਤੈਨੂੰ ਫਲਾਨਿਆ ਕਹਿੰਦੇ ਸੱਪ ਨੇ ਸੁੰਘ ਲਿਆ। ਸੱਪ ਸੁੰਘ ਜਾਣਾ, ਕੋਈ ਬੰਦਾ ਜਦੋਂ ਜਰਾ ਵੀ ਹਿੱਲੇ ਡੁੱਲੇ ਨਾ, ਜਰਾ ਵੀ ਕੋਈ ਕਿਰਿਆ ਪ੍ਰਤੀਕਿਰਿਆ ਨਾ ਕਰੇ, ਬਿਲਕੁਲ ਚੁੱਪ ਹੋ ਜੇ, ਉਦਾਸ ਹੋ ਜੇ, ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਇਸ ਬੰਦੇ ਨੂੰ ਸੱਪ ਸੁੰਘ ਗਿਆ। ਸੱਪ ਸੁੰਘਣਾ ਇੱਕ ਮੁਹਾਵਰਾ। ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ,
ਇਹ ਸ਼ਹਿਰ ਦੇ ਵਿੱਚ ਕੋਈ ਆਸ ਉਮੀਦ ਦੀ ਕਿਰਨ ਜਗਦੀ ਜਿਉਂਦੀ ਹੈ ਕਿ ਸਾਰਾ ਜਿਹੜਾ ਸ਼ਹਿਰ ਆ ਉਹ ਨਿਰਾਸ਼ਾ ਦੇ ਵਿੱਚ ਮਰ ਗਿਆ, ਉਦਾਸੀ ਦੇ ਵਿੱਚ। ਹੌਕੇ ਭਰਦੀ ਸੋਗ ਦੇ ਹੈ ਪੌਣ ਸਾਹੋਂ ਉਖੜੀ, ਫੂਕਰਾਂ ਨੇ ਮਾਰਦੇ ਨੇਰੇ ਦੇ ਨਾਗ। ਹਨੇਰਾ ਜਿਹੜਾ ਉਸ ਨੂੰ ਉਹ ਇੱਕ ਮਤਲਬ ਕਿ ਫੂਕਾ ਮਾਰਦੇ ਨਾਗਾਂ ਵਰਗਾ ਲੱਗਦਾ ਹੈ। ਇਸ ਫਜ਼ਾ ਦੀ ਰਗ ਵਿੱਚ ਜ਼ਹਿਰ ਹੈ, ਕਹਿਰ ਹੈ, ਹਾਏ ਕਹਿਰ ਹੈ। ਬੜਾ ਸ਼ਾਨਦਾਰ। ਫਜ਼ਾ ਦਾ ਸ਼ਾਬਦਿਕ ਅਰਥ ਹੁੰਦਾ ਹੈ ਵਾਤਾਵਰਣ। ਫਜ਼ਾ ਦੀ ਰਗ ਰਗ ਵਿੱਚ ਨਿਰਾਸ਼ਾ ਦਾ, ਇੱਕ ਤਰ੍ਹਾਂ ਦਾ ਨਿਰਾਸ਼ਾ ਦਾ, ਉਦਾਸੀ ਦਾ, ਸਥਿਰਤਾ ਦਾ ਜ਼ਹਿਰ ਘੋਲਿਆ ਜਾ ਚੁੱਕਿਆ। ਰਾਤ ਕਿੰਨੀ ਸੀਤ ਹੈ, ਸੀਤ ਹੁੰਦੀ ਹੈ ਠੰਡੀ। ਆਪਾਂ ਠੰਡਾ ਸੀਤ ਸ਼ਬਦ ਇਕੱਠਾ ਬੋਲਦੇ ਹਾਂ ਪੰਜਾਬੀ ਦੇ ਵਿੱਚ। ਠੰਡਾ ਦਾ ਮਤਲਬ ਤਾਂ ਹੋ ਗਿਆ ਵੀ ਠੰਡਾ ਹੀ ਹੁੰਦਾ ਹੈ, ਜਿਹਦਾ ਤਾਪਮਾਨ ਘੱਟ ਹੋਵੇ। ਸੀਤ ਦਾ ਮਤਲਬ ਵੀ ਠੰਡਾ ਹੀ ਹੁੰਦਾ ਹੈ। ਦਿਲ ਕਿਸੇ ਦੀ ਨੁੱਕਰ ਵਿੱਚ ਚਿਣਗ ਬਾਕੀ ਹੈ ਕੋਈ, ਚਿੰਗਾਰੀ ਕਿਸੇ ਨੁੱਕਰ ਦੇ ਵਿੱਚ, ਦਿਲ ਦੇ ਕਿਸੇ ਕੋਨੇ ਦੇ ਵਿੱਚ ਕੋਈ ਚਿੰਗਾਰੀ ਬਾਕੀ ਹੈ। ਭੇਤ ਨਾ ਕੋਈ ਭੇਤ ਨਾ, ਅਹਿਸਾਸ ਠੰਡਾ ਹੋ ਰਿਹਾ, ਸੁੰਨ ਹੁੰਦੀ ਜਾ ਰਹੀ ਹੈ ਚੇਤਨਾ, ਚੌਹੀਂ ਪਾਸੀ ਰਾਤ ਅੰਨੀ ਸੀਤ ਹੈ। ਸਾਰਿਆਂ ਦੇ ਅੰਦਰੋਂ ਚੇਤਨਾ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ। ਅਸਲ ਦੇ ਵਿੱਚ ਜਿਹੜੇ ਲੋਕ ਹੈ, ਜਿਹੜੇ ਜਿਨ੍ਹਾਂ ਦਾ ਨਿਰਾਸ਼ਾ ਭਰਿਆ ਜੀਵਨ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਉਦਾਸੀ ਹੈ, ਕਵੀ ਇੱਕ ਵੇਖਦਾ ਹੈ ਕਿ ਉਹਨਾਂ ਦੇ ਵਿੱਚ ਕੀ ਕੋਈ ਨਿਰ ਉਦਾਸੀ, ਕੀ ਕੋਈ ਪ੍ਰਸੰਨਤਾ ਲਿਆਉਣ ਦੀ ਜਾਂ ਕੋਈ ਚੇਤਨਾ ਦੀ ਕੋਈ ਨਾ ਕੋਈ ਕਿਰਨ, ਕੋਈ ਚਿਣਗ ਬਾਕੀ ਹੈ ਜਾਂ ਨਹੀਂ। ਉਸ ਚੀਜ਼ ਨੂੰ ਕਵੀ ਉਸ ਚੀਜ਼ ਦਾ ਵਿਸ਼ਲੇਸ਼ਣ ਕਰ ਰਿਹਾ। ਚੌਹੀਂ ਪਾਸੀ ਰਾਤ ਅੰਨੀ ਰਾਤ ਹੈ। ਅੱਗੇ ਕਿੰਨਾ ਔਖਾ ਹੈ ਜੋ ਰਸਤਾ ਛੱਡਣਾ, ਹਾਏ ਹੱਡਾਂ ਵਿੱਚ ਸਿੱਕਾ ਭਰ ਗਿਆ। ਸੱਚ ਤੇ ਪਰਦਾ ਸਿਆ ਤੇ ਸੂਝਾਂ ਦੀ ਹੋਈ, ਤੇ ਸੂਝ ਦੀ ਹੋਈ ਥੇਵਾ। ਚੌਂਕ ਦੀ ਮਰੀਅਲ ਜਹੀ ਬੱਤੀ, ਕਿਸੇ ਨੂੰ ਕੀ ਵਿਖਾ ਸਕਦੀ ਹੈ ਰਾਹ। ਐਵੇਂ ਹਮਦਰਦੀ ਜਹੀ ਜਤਲਾ ਰਹੀ, ਕੁਝ ਕਹਿੰਦੀ ਕਹਿੰਦੀ ਹੈ ਥਥਲਾ ਰਹੀ। ਮੌਤ ਦਾ ਪਹਿਰਾ ਸਹੀ ਫਿਰ ਵੀ ਆਖਰ ਸ਼ਹਿਰ ਹੈ ਐ ਮਨਾ। ਚੱਲ ਫੇਰ ਕੋਈ ਖਟਖਟਾ ਕੇ ਵੇਖ ਦਰ, ਨਾ ਸਹੀ ਕੋਈ ਉਮੀਦ ਪਰ ਕੋਈ ਹੀਲਾ ਤਾਂ ਕਰ। ਹੀਲਾ ਦਾ ਮਤਲਬ ਹੁੰਦਾ ਉਦਮ ਕਰਨਾ, ਉਦਮ ਕਰਨਾ, ਪ੍ਰਯਾਸ ਕਰਨਾ। ਹੀਲਾ ਜਿਵੇਂ ਤੁਸੀਂ ਕਰ ਰਹੇ ਹੋ, ਇਹਨੂੰ ਕਿਹਾ ਜਾਂਦਾ ਹੀਲਾ ਕਰਨਾ, ਕੋਸ਼ਿਸ਼ ਕਰਨੀ, ਯਤਨ ਕਰਨਾ। ਵੀ ਕੋਈ ਤਾਂ ਹੀਲਾ ਕਰ, ਕੋਈ ਤਾਂ ਕੋਈ ਮਤਲਬ ਕੀ ਆ ਵੀ ਇੱਕ ਉਮੀਦ ਰੱਖ ਵੀ ਇੱਕ ਹੋਰ ਦਰਵਾਜ਼ਾ ਖਟਖਟਾ ਕੇ ਵੇਖ, ਸ਼ਾਇਦ ਕਿਸੇ ਦੇ ਘਰੋਂ ਤੈਨੂੰ ਕੋਈ ਉਮੀਦ ਬੱਝ ਜਾਵੇ। ਸੋ ਇਹਦੇ ਵਿੱਚ ਨਿਰਾਸ਼ਾ, ਉਦਾਸੀ ਤੇ ਦੁਵਿਧਾ ਜਦੋਂ ਜੜਤਾ ਆ ਜਾਂਦੀ ਹੈ ਨਾ, ਜਦੋਂ ਮਨੁੱਖ ਦੇ ਅੰਦਰਲੀ ਨਿਰਾਸ਼ਾ ਜਦੋਂ ਜ਼ਿਆਦਾ ਉਹਦੇ 'ਤੇ ਹਾਵੀ ਹੁੰਦੀ ਹੈ, ਉਦੋਂ ਜੜਤਾ ਆ ਜਾਂਦੀ ਹੈ। ਬੰਦਾ ਜਿਹੜਾ ਉਹ ਜੜਵਾਦੀ ਹੋ ਜਾਂਦਾ ਹੈ। ਨਿਕਲਣ ਦੇ ਵਾਸਤੇ ਨਿਰਣੇ ਤੇ ਉਦਮ ਦੇ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ ਵੀ ਉਹਨੂੰ ਇੱਕ ਉਮੀਦ ਹੈ ਜਿਹਦੇ ਵਿੱਚ ਇੱਕ ਨਿਰਣਾ ਕੋਈ ਨਾ ਕੋਈ ਇੱਕ ਹੋਰ ਲੈਂਦਾ। ਉਹ ਕੀ ਨਿਰਣਾ ਲੈਂਦਾ ਕਿ ਐ ਮਨਾ ਚੱਲ ਫੇਰ ਕੋਈ ਖਟਖਟਾ ਕੇ ਵੇਖ ਦਰ, ਵੀ ਕੋਈ ਤਾਂ ਦਰਵਾਜ਼ਾ ਹੋਰ ਖਟਖਟਾ ਕੇ ਦੇਖ, ਵੀ ਕੋਈ ਤਾਂ ਉਮੀਦ ਜਾਗੇ। ਪ੍ਰਾਹੁਣੀ, ਅਗਲੀ ਕਵਿਤਾ ਹੈ ਪ੍ਰਾਹੁਣੀ। ਚੁਰਸਤਾ ਕਵਿਤਾ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ, ਕਾਮਨ ਗੱਲ ਹੈ, ਚੁਰਸਤਾ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਪ੍ਰਾਹੁਣੀ। ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ। ਲਓ ਜੀ, ਕੁੜੀ ਜੰਮਣ 'ਤੇ ਇੱਕ ਕਵਿਤਾ ਸੋਹਣ ਸਿੰਘ ਮੀਸ਼ਾ ਨੇ ਲਿਖੀ ਹੈ ਤੇ ਜਿਹਦਾ ਨਾਮ ਹੈ ਪ੍ਰਾਹੁਣੀ। ਪ੍ਰਾਹੁਣੀ ਕਵਿਤਾ ਹੈ ਜਿਹੜੀ ਇਹ ਘਰ ਦੇ ਵਿੱਚ ਕੁੜੀ ਦਾ ਜਨਮ ਬਰਥ ਹੋਇਆ ਤੇ ਉਸ ਨੂੰ ਲੈ ਕੇ ਲਿਖੀ ਗਈ ਹੈ। ਕੁੜੀ ਜੰਮਣ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ। ਕਵੀ ਨੇ ਇਹ ਵੀ ਲਿਖਿਆ ਵੀ ਕਿਹੜੀਆਂ-ਕਿਹੜੀਆਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਕੁੜੀ ਦੇ ਜਨਮ 'ਤੇ। ਇੱਕ ਤਾਂ ਮਾਂ ਦੀ ਪ੍ਰਤੀਕਿਰਿਆ, ਫਿਰ ਦਾਦੀ ਦੀ ਤੇ ਫਿਰ ਪਿਤਾ ਦੀ। 3 ਰਿਸ਼ਤਿਆਂ ਦੀ ਪ੍ਰਤੀਕਿਰਿਆਵਾਂ ਦੱਸੀਆਂ। ਆ ਜਾਓ ਫਿਰ ਪੜ੍ਹਦੇ ਹਾਂ। ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ, ਬਿੱਟ ਤੱਕੇ ਬੋਲ ਨਾ ਸਕੇ, ਸਾਡੀ ਸਮਝੇ ਨਾ ਆਪਣੇ ਦਿਲ ਦੀ ਗੱਲ ਦੱਸੇ, ਤਿੱਖਾ ਰੋਵੇ ਨਿੱਕਾ ਹੱਸੇ, ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ, ਔਖੀਆਂ ਵਾਟਾਂ ਕੱਟ ਕੇ ਖਬਰ ਨਹੀਂ ਹੈ ਕਿਹੜੇ ਦੇਸ਼ੋਂ, ਰੱਬ ਦੀ ਕੱਲੀ ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ। ਸੋ ਘਰ ਦੇ ਵਿੱਚ ਕੁੜੀ ਦਾ ਜਨਮ ਹੋਇਆ ਤੇ ਉਹ ਮਤਲਬ ਕੀ ਆ ਵੀ ਇੱਕ ਉਹ ਜਨਮ ਤੋਂ ਹੀ ਇੱਕ ਮਤਲਬ ਇੱਕ ਸਥਿਤੀ ਨੂੰ ਇਸ ਤਰ੍ਹਾਂ ਦੀ ਨੂੰ ਕਵੀ ਨੇ ਦਰਸਾਇਆ ਵੀ ਜਿਹਦੇ ਵਿੱਚ ਕਵੀ ਦੱਸ ਰਿਹਾ ਵੀ ਘਰ ਦੀਆਂ ਜਿਹੜੀਆਂ ਘਰ ਦੇ ਜਿਹੜੇ ਸੰਸਕਾਰ ਤੇ ਘਰ ਦੇ ਜਿਹੜੇ ਆਪਣੇ ਜਿਹੜੇ ਬਣੇ ਹੋਏ ਆ ਜਿਹੜੇ ਰੂਲਸ ਵਗੈਰਾ ਜੋ ਬਣੇ ਹੋਏ ਆ ਹੈ ਨਾ, ਤੇ ਉਹ ਹੈ ਜਿਹੜੇ ਉਹਨਾਂ ਨੂੰ ਵੇਖ ਕੇ ਉਹ ਕੀ ਕਰ ਰਹੀ ਹੈ, ਘਬਰਾ ਰਹੀ ਹੈ ਘਰ ਦੀਆਂ ਰਸਮਾਂ ਨੂੰ। ਘਰ ਦੀਆਂ ਰਸਮਾਂ ਤਾਂ ਇਹੀ ਹੈ ਵੀ ਕੁੜੀ ਨੇ ਸਾਰੀਆਂ ਨਿਭਾਉਣੀਆਂ, ਮੁੰਡੇ ਨੇ ਤਾਂ ਕੋਈ ਰਸਮ ਨਹੀਂ ਨਿਭਾਉਣੀ ਹੈ ਨਾ। ਵੀ ਮੁੰਡੇ ਨੂੰ ਕਦੇ ਨਹੀਂ ਦੱਸਿਆ ਜਾਂਦਾ ਵੀ ਤੂੰ ਆਪਣੇ ਇੰਨੇ ਕੁ ਨਿਯਮਾਂ ਦੀ ਤੂੰ ਵੀ ਪਾਲਣਾ ਕਰਨੀ ਹੈ। ਸਿਰਫ ਕੁੜੀ ਵਾਸਤੇ ਨਿਯਮ ਬਣੇ ਹੋਏ ਆ ਸਾਡੇ ਸਮਾਜ ਦੇ ਵਿੱਚ। ਅਰੇ ਐਵੇਂ ਹੀ ਹੈ ਨਾ। ਤਾਂ ਇਹਦੇ ਕਰਕੇ ਹੀ ਹੈ। ਹੁਣ ਇਹ ਕਵੀ ਸੋਹਣ ਸਿੰਘ ਮੀਸ਼ੇ ਨੇ ਪ੍ਰਾਹੁਣਾ ਕਵਿਤਾ ਤਾਂ ਲਿਖੀ ਨਹੀਂ, ਮੁੰਡੇ 'ਤੇ ਕਵਿਤਾ ਨਹੀਂ ਲਿਖੀ, ਪ੍ਰਾਹੁਣੀ ਲਿਖਿਆ। ਕੁੜੀ 'ਤੇ ਕਵਿਤਾ ਲਿਖੀ ਹੈ, ਮੁੰਡੇ 'ਤੇ ਬਿਲਕੁਲ ਨਹੀਂ ਲਿਖੀ। ਮੁੰਡਿਆਂ ਨੇ ਸਿਰਫ ਪੜ੍ਹਨੀ ਹੈ ਇਹ ਕਵਿਤਾ। ਹਾਂਜੀ, ਅਗਲੀ ਗੱਲ,
ਪੀੜਾ ਭੰਨੀ ਮਾਂ ਇਸ ਦੀ। ਜਦੋਂ ਜਨਮ ਜਦੋਂ ਹੁੰਦਾ ਹੈ ਨਾ ਤਾਂ ਉਹ ਜਿਹੜੀ ਪੀੜ ਹੈ ਜਿਹੜੀ ਉਹ ਸਿਰਫ ਇੱਕ ਮਾਂ ਨੂੰ ਪਤਾ ਹੈ। ਪੀੜਾ ਭੰਨੀ ਮਾਂ ਇਸ ਦੀ, ਸ਼ਰਮਿੰਦੀ ਜਾਪੇ ਦਿਸੇ ਉਦਾਸ, ਉਸ ਨੂੰ ਹੋਰ ਹੋਰ ਸੀ ਆਸ, ਉਸ ਦੀ ਸਬਰ ਭਰੀ ਖਾਮੋਸ਼ੀ ਦਾ ਮਤਲਬ ਮਜਬੂਰ। ਉਹ ਜਿਹੜੀ ਮਾਂ ਹੈ ਕੁੜੀ ਦੀ, ਜਿਹਨੇ ਮਤਲਬ ਕੀ ਹੈ ਵੀ ਹੱਡ ਤੋੜ ਕੇ ਉਸ ਨੂੰ ਜਨਮ ਦਿੱਤਾ ਹੈ, ਕਿਉਂਕਿ ਕਿੰਨਾ ਮਤਲਬ ਉਹ ਦਰਦ ਹੈ ਜਿਹੜਾ ਇੱਕ ਮਾਂ ਨੇ ਸਹਿਣ ਕੀਤਾ ਜਨਮ ਦੇ ਸਮੇਂ, ਉਹ ਜਿਹੜੀ ਉਹ ਫਿਰ ਵੀ ਸਬਰ ਦੀ ਭਰੀ ਖਾਮੋਸ਼ੀ ਦੇ ਵਿੱਚ ਹੈ। ਕਾਰਨ ਕਿਉਂਕਿ ਉਹ ਮਜਬੂਰ ਹੈ। ਜੋ ਰੱਬ ਨੂੰ ਮਨਜ਼ੂਰ ਮੇਰਾ ਨਹੀਂ ਕਸੂਰ, ਦਾਦੀ ਕਹੇ ਧਨ ਭਰਾਇਆ। ਉੱਤੇ ਮਾਂ ਦੀ ਗੱਲ ਕੀਤੀ ਆ, ਹੁਣ ਅੱਗੇ ਦਾਦੀ ਦੀ ਗੱਲ। ਦਾਦੀ ਕਹੇ ਧਨ ਭਰਾਇਆ, ਇਸਨੇ ਲੈਣਾ ਪਿਛਲੇ ਜਨਮ ਦਾ ਕੋਈ ਉਧਾਰ। ਔਰਤ ਨੂੰ, ਕੁੜੀ ਨੂੰ ਹਮੇਸ਼ਾ ਪਰਾਇਆ ਧਨ ਕਿਹਾ ਜਾਂਦਾ ਹੈ। ਇਸਨੇ ਲੈਣਾ ਪਿਛਲੇ ਜਨਮ ਦਾ ਕੋਈ ਉਧਾਰ, ਹੁਣ ਤੋਂ ਫਿਕਰ ਕਰੇ ਪਰਿਵਾਰ। ਕੁੜੀਆਂ ਵਧਣ ਕੌੜੀ ਵੇਲ ਦੇ ਵਾਂਗੂ। ਸੋ ਕੁੜੀਆਂ ਦੇ ਵਧਣ ਦੀ ਜਿਹੜੀ ਉਪਮਾ ਹੈ, ਤੁਲਨਾ ਹੈ, ਉਸ ਕੌੜੀ ਵੇਲ ਦੇ ਵਾਂਗ ਕੀਤੀ ਗਈ ਹੈ ਜੋ ਝਟਪਟ ਵੱਧਦੀ। ਜੰਮੀ ਅੱਜ ਭਲਕੇ ਮੁਟਿਆਰ, ਅੱਜ ਜੰਮੀ ਹੈ ਕੱਲ੍ਹ ਨੂੰ ਭਲਕੇ ਕੱਲ੍ਹ ਨੂੰ ਮੁਟਿਆਰ ਹੋ ਜਾਊਗੀ। ਢੂੰਡੋ ਇਸ ਲਈ ਹੁਣੇ ਪ੍ਰਾਹੁਣਾ, ਚੜ੍ਹ ਗਿਆ ਜਾਣੋ ਇਸ ਤੇ ਭਾਰ। ਜੀ ਕਹਿੰਦਾ ਏ ਕਹਿ ਦਿਆਂ ਇਸ ਦੇ ਕੰਨੀ, ਜੀ ਕਹਿੰਦਾ ਏ ਇਸ ਦਾ ਕੁੜੀ ਦਾ ਬਾਪ ਹੈ ਜਿਹੜਾ ਹੁਣ ਕਹਿ ਰਿਹਾ, ਜਿਹੜਾ ਆਹ ਬੰਦ ਆਪਾਂ ਪੜ੍ਹਿਆ ਸੀਗਾ, ਪੀੜਾ ਭੰਨੀ ਮਾਂ ਇਸ ਦੀ ਤੇ ਮੇਰਾ ਨਹੀਂ ਕਸੂਰ ਤੱਕ। ਇਹ ਜਿਹੜੀ ਤਾਂ ਹੈਗੀ ਆ, ਇਹ ਜਿਹੜੀ ਉਸ ਕੁੜੀ ਦੀ ਨਵ ਜੰਮੀ ਬੱਚੀ ਦੀ ਮਾਂ ਦੀ ਪ੍ਰਤੀਕਿਰਿਆ ਹੈ। ਉਸ ਤੋਂ ਬਾਅਦ ਦਾਦੀ ਕਹੇ ਤੋਂ ਲੈ ਕੇ ਚੜ੍ਹ ਗਿਆ ਸਿਰ ਤੇ ਭਾਰ ਤੱਕ, ਇੰਨੀ ਜਿਹੜੀ ਸ਼ਬਦਾਵਲੀ ਲਿਖੀ ਹੋਈ ਹੈ ਇਹ ਸਾਰੀ ਦਾਦੀ ਦੀ ਪ੍ਰਤੀਕਿਰਿਆ ਹੈ। ਹੁਣ ਆ ਗਈ ਜੀ ਪਿਤਾ ਦੀ ਪ੍ਰਤੀਕਿਰਿਆ। ਬਾਪ ਦੇ ਰੂਪ ਵਿੱਚ ਕਵੀ ਕੀ ਕਹਿ ਰਿਹਾ, ਕਹਿ ਦਿਆਂ ਇਸ ਦੇ ਕੰਨੀ, ਕਹਿੰਦਾ ਮੇਰਾ ਜੀ ਕਰਦਾ ਕਿ ਮੈਂ ਇਸ ਦੇ ਕੰਨਾਂ ਦੇ ਵਿੱਚ ਕਹਿ ਦਿਆਂ। ਕਵੀ ਆਪਣੇ ਆਪ ਨੂੰ ਬਾਪ ਦੇ ਰੂਪ ਵਿੱਚ ਪ੍ਰਗਟ ਕਰ ਰਿਹਾ, ਪਿਤਾ ਦੇ ਰੂਪ ਵਿੱਚ। ਤੇਰੇ ਹੱਥ ਵਿੱਚ ਇੱਜ਼ਤ ਸਾਡੀ, ਬੀਬੀ ਬਣ ਕੇ ਉਮਰ ਗੁਜ਼ਾਰੀ। ਬੀਬੀ ਮਤਲਬ ਚੰਗੀ ਕੁੜੀ। ਵੇਖੀ ਦਿਲ ਦੀ ਗੱਲ ਨਾ ਮੰਨੀ, ਸਮਝਾ ਦੇਵੀਂ, ਸਮਝਾ ਦੇਵਾਂ। ਵੇਖੀ ਕਿਤੇ ਆਪਣੇ ਦਿਲ ਦੀ ਗੱਲ ਨਾ ਮੰਨੀ, ਸਮਝਾ ਦੇਵਾਂ। ਬੱਚੀਏ ਹੋ ਹੁਸ਼ਿਆਰ, ਜੱਗ ਦੀਆਂ ਊਜਾਂ ਹੁਣੇ ਤਿਆਰ। ਪਰ ਇਹ ਸਾਡੀ ਗੱਲ ਨਾ ਸਮਝੇ, ਨਾ ਆਪਣੇ ਦਿਲ ਦੀ ਗੱਲ ਦੱਸੇ। ਤਿੱਖਾ ਤਿੱਖਾ ਰੋਵੇ, ਨਿੱਕਾ ਨਿੱਕਾ ਹੱਸੇ। ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ। ਰੱਬ ਦੀ ਘੱਲੀ ਖਬਰ ਨਹੀਂ ਹੈ ਕਿਹੜੇ ਦੇਸੋਂ, ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ। ਚੁਰਸਤਾ, ਇਹ ਵੀ ਚੁਰਸਤਾ ਕਵਿਤਾ ਦੇ ਵਿੱਚੋਂ ਲਈ ਗਈ ਹੈ। ਪ੍ਰਾਹੁਣੀ ਜਿਹੜੀ ਕਵਿਤਾ ਹੈ ਚੁਰਸਤਾ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਨਵ ਜੰਮੀ ਬੱਚੀ ਤੇ ਮਾਂ, ਦਾਦੀ ਅਤੇ ਪਿਤਾ ਦੀ ਪ੍ਰਤੀਕਿਰਿਆ ਨੂੰ ਦਰਸਾਇਆ ਗਿਆ। ਅਗਲੀ ਕਵਿਤਾ ਹੈ ਪ੍ਰਿਜ਼ਮ। ਪ੍ਰਿਜ਼ਮ ਪਹਿਲਾਂ ਦੇਖੋ ਕੀ ਹੁੰਦਾ ਹੈ। ਪ੍ਰਿਜ਼ਮ ਹੁੰਦਾ ਇੱਕ ਤਿੰਨ ਨੁੱਕਰਾਂ ਵਾਲਾ ਤ੍ਰਿਕੋਣ, ਤਿੰਨ ਨੁੱਕਰਾਂ ਵਾਲਾ ਇੱਕ ਸ਼ੀਸ਼ਾ ਹੁੰਦਾ ਹੈ, ਪ੍ਰਿਜ਼ਮ ਕਿਹਾ ਜਾਂਦਾ ਉਸ ਨੂੰ। ਇੱਕ ਕੱਚ ਦਾ ਠੋਸ ਟੁਕੜਾ ਹੁੰਦਾ ਹੈ ਪ੍ਰਿਜ਼ਮ, ਤਿੰਨ ਨੁੱਕਰਾਂ ਵਾਲਾ ਤ੍ਰਿਕੋਣੇ ਮੂੰਹ ਵਾਲਾ, ਜਿਸ ਵਿੱਚੋਂ ਗੁਜ਼ਰੇ ਕੋਈ ਜਦੋਂ ਚਾਨਣ ਦੀ ਕਿਰਨ ਤਾਂ ਉਸ ਦੇ ਵਿੱਚੋਂ 7 ਰੰਗ ਨਿਕਲਦੇ ਹਨ ਅੱਗੇ, ਉਸ ਨੂੰ ਕਿਹਾ ਜਾਂਦਾ ਹੈ ਪ੍ਰਿਜ਼ਮ। ਸੋ ਪ੍ਰਿਜ਼ਮ ਇੱਕ ਕੱਚ ਦਾ ਟੁਕੜਾ ਹੈ ਜੋ ਤ੍ਰਿਕੋਣਾ ਹੈ ਤੇ ਜਿਸ ਵਿੱਚੋਂ ਜਦੋਂ ਚਾਨਣ ਦੀ ਕੋਈ ਕਿਰਨ ਨਿਕਲਦੀ ਹੈ ਦੂਸਰੇ ਪਾਸੇ ਦੀ, ਤਾਂ ਉਹ ਦੂਸਰੇ ਪਾਸੇ ਕੀ ਹੈ, 7 ਰੰਗੀ ਬਣ ਕੇ ਨਿਕਲਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਪ੍ਰਿਜ਼ਮ। ਸੋ ਕਵਿਤਾ ਦਾ ਸਿਰਲੇਖ ਹੈ ਜਿਹੜਾ ਉਹ ਹੈਗਾ ਜੀ ਪ੍ਰਿਜ਼ਮ। ਪ੍ਰਿਜ਼ਮ ਰੂਪਕ ਦੀ ਵਰਤੋਂ ਕੀਤੀ ਹੈ ਕਵੀ ਨੇ, ਸੋਹਣ ਸਿੰਘ ਮੀਸ਼ਾ ਨੇ। ਅਕਾਰਜਸ਼ੀਲਤਾ ਤੇ ਅਰਥਹੀਣਤਾ ਦੇ ਭਾਵਾਂ ਨੂੰ ਦੱਸਿਆ ਹੈ। ਅਕਾਰਜਸ਼ੀਲ ਤੇ ਅਰਥਹੀਣ ਜਦੋਂ ਕੋਈ ਸਾਡੇ ਵਾਸਤੇ ਹੋ ਜਾਂਦਾ, ਜਦੋਂ ਕਿਸੇ ਚੀਜ਼ ਦਾ ਸਾਡੇ ਵਾਸਤੇ ਕੋਈ ਅਰਥ ਨਹੀਂ ਰਹਿ ਜਾਂਦਾ, ਜਦੋਂ ਕੋਈ ਸਾਡੇ ਵਾਸਤੇ ਕੋਈ ਵੀ ਚੀਜ਼ ਕੰਮ ਦੀ ਨਹੀਂ ਰਹਿ ਜਾਂਦੀ, ਉਸ ਦੇ ਭਾਵ ਨੂੰ ਪ੍ਰਗਟ ਕਰਨ ਵਾਸਤੇ ਕਵੀ ਨੇ ਪ੍ਰਿਜ਼ਮ ਰੂਪਕ ਦਾ ਸਹਾਰਾ ਲਿਆ ਹੈ। ਪ੍ਰਿਜ਼ਮ ਦਾ ਮਾਨਵੀਕਰਨ ਕੀਤਾ ਇਸ ਕਵਿਤਾ ਦੇ ਵਿੱਚ। ਮਾਨਵੀਕਰਨ ਤੁਹਾਨੂੰ ਯਾਦ ਹੋਣਾ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਡਾਕਟਰ ਭਾਈ ਵੀਰ ਸਿੰਘ ਦੀ ਕਵਿਤਾ ਦੇ ਵਿੱਚ ਆਪਾਂ ਮਾਨਵੀਕਰਨ ਵਾਲੀ ਜਿਹੜੀ ਉਹ ਸਥਿਤੀ ਪੜ੍ਹੀ ਸੀ। ਹੁਣ ਮਾਨਵੀਕਰਨ ਆ ਜਿਹੜਾ ਉਹ ਸੋਹਣ ਸਿੰਘ ਮੀਸ਼ਾ ਨੇ ਪ੍ਰਿਜ਼ਮ ਕਵਿਤਾ ਦੇ ਵਿੱਚ ਵੀ ਇਸ ਮਾਨਵੀਕਰਨ ਦੀ ਵਿਧੀ ਨੂੰ ਅਪਣਾਇਆ ਹੈ। ਬੰਦੇ ਦੇ ਹੋਂਦ ਦੀ ਤੁਲਨਾ, ਬੰਦੇ ਦੇ ਅਸਤਿਤਵ ਦੀ ਤੁਲਨਾ, ਬੰਦੇ ਦੇ ਮਨੁੱਖ ਦੇ ਐਗਜ਼ਿਸਟੈਂਸ ਦੀ ਤੁਲਨਾ ਕਿਹਦੇ ਨਾਲ ਕੀਤੀ ਹੈ, ਪ੍ਰਿਜ਼ਮ ਦੇ ਨਾਲ ਕੀਤੀ ਹੈ। ਵੀ ਬੰਦੇ ਦਾ ਵਜੂਦ ਹੈ ਜਿਹੜਾ ਉਹ ਇੱਕ ਪ੍ਰਿਜ਼ਮ ਵਰਗਾ ਹੈ। ਨਾ ਇੱਛਾ ਨਾ ਆਸਾ ਮਰੀ, ਤਿੱਖਿਆਂ ਕੋਣਿਆਂ ਵਾਲਾ ਰੰਗਹੀਣ ਕੱਚ ਦਾ ਟੁਕੜਾ ਹਾਂ। ਪ੍ਰਿਜ਼ਮ ਜਿਹੜਾ ਕੱਚ ਦਾ ਟੁਕੜਾ ਹੁੰਦਾ ਉਹ ਆਪ ਰੰਗਹੀਣ ਹੁੰਦਾ ਹੈ, ਆਪ ਰੰਗਹੀਣ ਹੈ, ਪਰ ਜਦੋਂ ਕਿਰਨ ਉਹਦੇ ਵਿੱਚੋਂ ਦੀ ਗੁਜ਼ਰਦੀ ਹੈ ਤਾਂ 7 ਰੰਗੀ ਬਣ ਕੇ ਨਿਕਲਦੀ ਹੈ। ਅਚਨਚੇਤ ਅਚਾਨਕ ਨਿਰਮਲ ਚਾਨਣ ਦੀ ਨਿਰਛਲ ਕਿਰਨ ਮੇਰੇ ਪਿੰਡੇ ਤੇ ਆਣ ਪਈ ਸੀ। ਮੈਂ ਸਤਰੰਗੀ ਰਾਸ ਰਚਾਈ ਤੇ ਸਭ ਖਲਕ ਤਮਾਸ਼ੇ ਆਈ, ਉਹ ਮੇਰਾ ਵਿਸਥਾਰ ਨਹੀਂ ਸੀ।
ਚਾਨਣ ਦਾ ਚਮਤਕਾਰ ਸੀ। ਪ੍ਰਿਜ਼ਮ ਕੀ ਕਹਿੰਦਾ, ਉਸ ਬੰਦੇ ਦੇ ਰੂਪ ਵਿੱਚ ਜਿਹੜਾ ਬੰਦਾ ਅਕਾਰਜਸ਼ੀਲ ਹੈ, ਕਿਰਿਆਸ਼ੀਲ ਨਹੀਂ ਹੈ, ਜਿਹੜਾ ਬੰਦਾ ਅਰਥਹੀਨ ਹੈ। ਹੁਣ ਪ੍ਰਿਜ਼ਮ ਵੀ ਆਪਣੇ ਆਪ ਨੂੰ ਕਹਿ ਰਿਹਾ ਮੈਂ ਅਰਥਹੀਨ ਹਾਂ। ਮਤਲਬ ਪ੍ਰਿਜ਼ਮ ਕੀ ਹੈ, ਪ੍ਰਿਜ਼ਮ ਦੀ ਜਗ੍ਹਾ ਤੇ ਹੁਣ ਮਨੁੱਖ ਨੂੰ ਰੱਖੋ ਵੀ ਬੰਦਾ ਕਹਿ ਰਿਹਾ ਵੀ ਮੈਂ ਅਰਥਹੀਨ ਹਾਂ। ਕੋਈ ਚੀਜ਼ ਇਸ ਤਰ੍ਹਾਂ ਦੀ ਜਿਵੇਂ ਪ੍ਰਿਜ਼ਮ ਦੇ ਵਿੱਚ ਦੀ ਕੌਣ ਗੁਜ਼ਰਿਆ, ਕਿਰਨਾਂ ਗੁਜ਼ਰੀਆਂ, ਉਵੇਂ ਹੀ ਕੁਝ ਮੇਰਾ ਸਹਾਰਾ ਲੈ ਕੇ ਕੋਈ ਚੀਜ਼ ਮੰਨ ਲਓ ਜੇ ਕੋਈ ਅੱਗੇ ਜਾ ਕੇ ਵਿਕਸਿਤ ਹੋ ਜਾਂਦੀ ਹੈ ਤਾਂ ਉਹਦਾ ਆਪਦਾ ਕਰਕੇ ਹੀ ਹੋਈ ਹੈ, ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ। ਪ੍ਰਿਜ਼ਮ ਇਹ ਗੱਲ ਕਹਿ ਰਿਹਾ ਉਹ ਮੇਰਾ ਵਿਸਥਾਰ ਨਹੀਂ ਸੀ। ਉਹ ਜਿਹੜਾ ਅੱਗੇ ਸਤਰੰਗੀ ਜਿਹੜੀਆਂ ਕਿਰਨਾਂ ਨਿਕਲੀਆਂ ਉਹ ਮੇਰਾ ਵਿਸਥਾਰ ਨਹੀਂ ਸੀ, ਮੇਰੇ ਵਿੱਚੋਂ ਦੀ ਨਹੀਂ ਨਿਕਲੀਆਂ। ਉਹ ਤਾਂ ਉਸ ਚਾਨਣ ਦਾ ਚਮਤਕਾਰ ਸੀ, ਕਿਰਨਾਂ ਦਾ। ਹਾਂਜੀ, ਅੱਗੇ ਦੇਖਦੇ ਹਾਂ। ਮੈਂ ਸਤਰੰਗੀ ਰਾਸ ਰਚਾਈ, ਸਭ ਖਲਕ ਤਮਾਸ਼ੇ ਆਈ। ਖਲਕ ਦੁਨੀਆ ਨੂੰ ਕਿਹਾ ਜਾਂਦਾ, ਖਲਕ ਦਾ ਸ਼ਾਬਦਿਕ ਅਰਥ ਦੁਨੀਆ ਹੁੰਦਾ। ਸਭ ਖਲਕ ਤਮਾਸ਼ੇ ਆਈ ਦੁਨੀਆ। ਸੱਤ ਰੰਗਾਂ 'ਚੋਂ ਕੋਈ ਰੰਗ ਨਹੀਂ ਸੀ ਮੇਰਾ। ਪ੍ਰਿਜ਼ਮ ਕਹਿ ਰਿਹਾ ਕਿ ਮੈਂ ਤਾਂ ਅਰਥਹੀਨ ਹਾਂ, ਮੈਂ ਕੀ ਹਾਂ, ਅਕਾਰਜਸ਼ੀਲ ਹਾਂ। ਉਹ ਨਿਰਮਲ ਚਾਨਣ ਦੀ ਕਿਰਨ ਅਲੋਪ ਹੋ ਗਈ। ਤੁਸੀਂ ਤਾਂ ਮਾਧਿਅਮ ਨੂੰ ਹੀ ਸੋਮਾ ਸਮਝਣ ਵਾਲੇ, ਤੁਸੀਂ ਤਾਂ ਜਰੀਏ ਨੂੰ ਹੀ ਸੋਮਾ ਸਮਝ ਲੈਂਦੇ ਹੋ ਕਈ ਵਾਰੀ। ਵੀ ਮੰਨ ਲਓ ਤੁਸੀਂ ਇੱਕ ਸੋਚਣ ਵਾਲੀ ਗੱਲ ਹੈ ਵੀ ਆਪਾਂ ਆਪਣੀ ਗੱਲ ਕਰੀਏ, ਮੰਨ ਲਓ ਬਈ ਤੁਸੀਂ ਕਹੋ ਵੀ ਸਰ ਤੁਸੀਂ ਲਵਾਓਗੇ, ਮੈਂ ਤਾਂ ਇੱਕ ਜਰੀਆ ਤੁਹਾਨੂੰ ਨੌਕਰੀ ਲਵਾਉਣ ਵਾਲਾ। ਵੀ ਕਹਿਣ ਦਾ ਮਤਲਬ ਵੀ ਮੈਂ ਤੁਹਾਨੂੰ ਉਸ ਸਫਲਤਾ ਦੇ ਮਾਰਗ ਤੱਕ ਪਹੁੰਚਾਉਣ ਵਾਲਾ ਇੱਕ ਜਰੀਆ ਹਾਂ, ਜਿਵੇਂ ਪ੍ਰਿਜ਼ਮ ਕਹਿ ਲਓ। ਅਤੇ ਉਹ ਜਿਹੜੀ ਸਫਲਤਾ ਹੋਊਗੀ ਉਹ ਮੇਰਾ ਵਿਸਥਾਰ ਨਹੀਂ ਹੋਊਗੀ, ਉਹ ਤੁਹਾਡਾ ਕਰਕੇ ਹੋਊਗੀ। ਸਮਝੇ ਨਾ ਗੱਲ ਨੂੰ? ਅਰੇ ਸਮਝੇ ਕਿ ਨਹੀਂ ਇਸ ਕਹਾਣੀ ਨੂੰ? ਹਾਂ, ਬਸ ਤੁਸੀਂ ਉਵੇਂ ਹੀ ਸਮਝੋ ਵੀ ਜਿਵੇਂ ਤੁਸੀਂ ਚਾਨਣ ਦੀਆਂ ਕਿਰਨਾਂ ਅਤੇ ਮੈਂ ਪ੍ਰਿਜ਼ਮ, ਅਤੇ ਅੱਗੇ ਜਿਹੜੀ ਤੁਹਾਡੀ ਸਫਲਤਾ ਹੈ ਜਿਹੜੀ ਉਹ ਸੱਤ ਰੰਗੀ ਹੈ, ਜਿਹੜੀ ਉਹ ਸੱਤ ਰੰਗ ਹੈ ਜਿਹੜੇ, ਅਤੇ ਉਹ ਅੱਗੇ ਮੇਰਾ ਵਿਸਥਾਰ ਨਹੀਂ ਗੇ, ਉਹ ਤੁਹਾਡੇ ਕਾਰਨ ਹੈ। ਅਤੇ ਤੁਸੀਂ ਤਾਂ ਮਾਧਿਅਮ ਨੂੰ ਹੀ ਸੋਮਾ ਸਮਝਣ ਵਾਲੇ। ਜੇ ਤੁਸੀਂ ਮੈਨੂੰ ਸੋਮਾ ਸਮਝ ਲਓ ਵੀ ਮੈਂ ਹੀ ਸਾਰਾ ਕੁਛ ਕਰ ਰਿਹਾ, ਨਾ ਜੀ, ਮੈਂ ਸੋਮਾ ਨਹੀਂ ਹਾਂ। ਸੋਮਾ ਹੁੰਦਾ ਮੂਲ, ਜੜ, ਮਾਧਿਅਮ ਆ, ਮੈਂ ਇੱਕ ਜ਼ਰੀਆ, ਵਿਚੋਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂ, ਹੁਣ ਮੈਥੋਂ ਸਤਰੰਗੀ ਲੀਲਾ ਕਿਉਂ ਮੰਗਦੇ ਹੋ? ਮੈਂ ਤਾਂ ਤਿੱਖਿਆਂ ਕੋਨਿਆਂ ਵਾਲਾ ਰੰਗਹੀਨ ਕੱਚ ਦਾ ਟੁਕੜਾ ਹਾਂ। ਚਾਹੇ ਮੈਨੂੰ ਪੱਥਰ 'ਤੇ ਪਟਕਾ ਕੇ ਮਾਰੋ, ਪੁਰਜਾ ਹੋ ਜਾਵਾਂਗਾ, ਪਰ ਮੇਰੇ 'ਚੋਂ ਕੋਈ ਰੰਗ ਨਹੀਂ ਨਿਕਲੇਗਾ। ਦਸਤਕ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਮੈਨੂੰ ਲੱਗਦਾ 3 ਕਵਿਤਾਵਾਂ ਪੜ੍ਹੀਆਂ ਆਪਾਂ, ਤਿੰਨੇ ਹੀ ਦਸਤਕ ਕਾਵ ਸੰਗ੍ਰਹਿ ਦੇ ਵਿੱਚੋਂ ਆ। ਪਹਿਲੀ ਚੁਰਸਤਾ ਜਿਹੜੀ ਉਹ ਚੁਰਸਤਾ ਕਾਵ ਸੰਗ੍ਰਹਿ 'ਚੋਂ। ਪ੍ਰਾਹੁਣੀ ਹੈ ਜਿਹੜੀ ਉਹ ਵੀ ਆਪਣੀ ਚੁਰਸਤਾ, ਠੀਕ ਹੈ, ਸਹੀ ਹੈ। ਪ੍ਰਿਜ਼ਮ ਹੈ ਜਿਹੜੀ ਉਹ ਸਾਡੀ ਦਸਤਕ ਕਾਵ ਸੰਗ੍ਰਹਿ 'ਚੋਂ। ਉਹ 4 ਅੱਖਰਾਂ ਵਾਲੇ ਹੋ ਗਏ ਨਾ, ਮੈਨੂੰ ਤਾਂ ਭੁਲੇਖਾ ਪੈ ਗਿਆ। ਚੁਰਸਤਾ ਦਸਤਕ ਚੁਰਸਤਾ, ਉਹ 4 ਅੱਖਰ ਹੋ ਗਏ ਤਾਂ ਕਰਕੇ, ਸੌਰੀ। ਹਾਂ, ਲੀਕ ਅਗਲੀ ਕਵਿਤਾ ਸਾਡੀ ਜਿਹੜੀ ਉਹ ਹੈਗੀ ਹੈ ਲੀਕ। ਲੀਕ ਸ਼ਬਦ ਦੇ ਮਾਇਨੇ, ਵੈਸੇ ਲੀਕ ਤਾਂ ਹੁੰਦੀ ਹੈ ਵੀ ਲਕੀਰ, ਪਰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਉਹ ਮਤਲਬ ਕੀ ਹੈ ਵੀ ਅਸੀਂ ਫਲਾਨਿਆਂ ਦੀ, ਵੀ ਸਾਨੂੰ ਆਪਣੇ ਪੂਰਵਜਾਂ ਦੀਆਂ ਲੀਕਾਂ ਦੇ ਉੱਪਰ ਤੁਰਨਾ ਚਾਹੀਦਾ। ਮਤਲਬ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਆਪਾਂ ਨੂੰ ਚੱਲਣਾ ਚਾਹੀਦਾ ਹੈ। ਉਹਨਾਂ ਦੇ ਪੂਰਨਿਆਂ ਦੇ ਉੱਪਰ ਚੱਲਣਾ ਚਾਹੀਦਾ। ਜੋ ਮਤਲਬ ਰਸਤੇ ਉਹਨਾਂ ਨੇ ਅਪਣਾਏ, ਸਾਨੂੰ ਉਹਨਾਂ ਰਸਤਿਆਂ 'ਤੇ ਚੱਲਣਾ ਚਾਹੀਦਾ। ਉਸ ਨੂੰ ਕਿਹਾ ਜਾਂਦਾ ਲੀਕ। ਜੋ ਸਾਡੇ ਬਜ਼ੁਰਗਾਂ ਨੇ ਲੀਕ ਪਾਈ, ਸਾਨੂੰ ਉਸ ਲੀਕ 'ਤੇ ਚੱਲਣਾ ਚਾਹੀਦਾ। ਪਰ ਇਹਦੇ ਵਿੱਚ ਕੀ ਲੇਖਕ ਚੱਲਦਾ ਹੈ ਕਿ ਨਹੀਂ, ਕੀ ਕਵੀ? ਅਸਲ ਦੇ ਵਿੱਚ ਕਵੀ ਇਹਦੇ ਵਿੱਚ ਨਹੀਂ ਚੱਲ ਰਿਹਾ। ਸੋਹਣ ਸਿੰਘ ਮੀਸ਼ਾ ਕਵੀ ਹੈ ਜਿਹੜਾ ਉਹ ਲੀਕ ਨਾਮ ਦੀ ਕਵਿਤਾ ਲਿਖਦਾ ਹੈ, ਜੋ ਕੱਚ ਦੇ ਵਸਤਰ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਹੁਣ ਤੁਸੀਂ ਇਹ ਨਾ ਰੱਖਿਓ ਵੀ ਪ੍ਰਿਜ਼ਮ ਹੁੰਦਾ ਇੱਕ ਕੱਚ ਦਾ ਟੁਕੜਾ, ਅਤੇ ਮੰਨ ਲਓ ਪ੍ਰਸ਼ਨ ਪੁੱਛ ਲਏ ਵੀ ਪ੍ਰਿਜ਼ਮ ਕਵਿਤਾ ਕਿਹੜੇ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਹੈ, ਅਤੇ ਤੁਸੀਂ ਕਹੋ ਪ੍ਰਿਜ਼ਮ ਤਾਂ ਸਰ ਨੇ ਦੱਸਿਆ ਸੀ ਕੱਚ ਦਾ ਟੁਕੜਾ, ਅਤੇ ਇਹਦੇ ਵਿੱਚ ਵੀ ਆ ਗਿਆ ਕੱਚ ਦੇ ਵਸਤਰ, ਕੱਚ ਸ਼ਬਦ ਆ ਗਿਆ, ਅਤੇ ਇਹਦੇ ਨਾਲ ਮਿਲਾ ਕੇ ਕਿਤੇ ਆ ਜਾਓ, ਅਤੇ ਘਰੇ ਆਣ ਕੇ ਮੁੜ ਕੇ ਤੁਹਾਨੂੰ ਹਾਰਟ ਅਟੈਕ ਆ ਜਾਏ। ਇਸ ਤਰ੍ਹਾਂ ਨਹੀਂ ਕਰਨਾ ਗਾ, ਤੁਸੀਂ ਪ੍ਰਸ਼ਨ ਨੂੰ ਸਹੀ ਤਰੀਕੇ ਨਾਲ ਯਾਦ ਕਰਨਾ। ਹਾਂਜੀ, ਲੀਕ ਕਵਿਤਾ ਜਿਹੜਾ ਉਹਦੇ ਵਿੱਚ ਕੀ ਹੈ, ਕਵੀ ਦੇ ਵਿਰੋਧੀ ਕਵੀ ਹੈ ਜਿਹੜੇ ਕਵੀ ਦੇ ਨਾਲ ਲੈ ਉਸ ਦੇ ਪ੍ਰਤੀਕਰਮ ਦੇ ਵਾਲੇ ਜਿਹੜੇ ਕਵੀ ਹੈ, ਵਿਚਾਰ ਜਦੋਂ ਆਪਸ ਦੇ ਵਿੱਚ ਨਹੀਂ ਮਿਲਦੇ ਨਾ ਕਵੀਆਂ ਦੇ, ਤਾਂ ਉਹ ਸਮਝੋ ਇੱਕ ਦੂਜੇ ਦੇ ਵਿਰੋਧੀ ਹੈ ਕਵੀ, ਆਪਸੀ ਵਿਚਾਰ ਨਹੀਂ ਮਿਲਦੇ। ਕਵੀ ਸੋਹਣ ਸਿੰਘ ਮੀਸ਼ਾ ਕਹਿ ਰਿਹਾ ਕਿ ਜਿਹੜੇ ਕਵੀ ਹੈ ਜਿਹੜੇ ਨਕਸਲਵਾਦੀ ਲਹਿਰ ਦੇ ਉੱਪਰ ਕਵਿਤਾ ਲਿਖ ਰਹੇ ਆ, ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਹੈ ਨਕਸਲਵਾਦੀ ਜੁਝਾਰਵਾਦੀ ਲਹਿਰ ਦੇ ਉੱਪਰ ਉਹਨਾਂ ਸਮਿਆਂ ਦੇ ਵਿੱਚ ਆਪਣੇ ਅਵਤਾਰ ਸਿੰਘ ਸੰਧੂ ਪਾਸ਼ ਹੈ ਜਿਹੜਾ ਉਹ ਬਹੁਤ ਕਵਿਤਾਵਾਂ ਲਿਖ ਰਿਹਾ ਸੀ, ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ। ਹੋਰ ਵੀ ਬਹੁਤ ਸਾਰੇ ਕਵੀ ਸੀ, ਇੱਕ ਸੰਤ ਰਾਮ ਉਦਾਸੀ ਵੀ ਸੀ, ਉਹ ਵੀ ਇਸ ਤਰ੍ਹਾਂ ਹੀ ਨਕਸਲਵਾੜੀ ਲਹਿਰ ਦੇ ਨਾਲ ਸੰਬੰਧਿਤ ਕਵੀ ਸੀ। ਹੁਣ ਇਹਦੇ ਵਿੱਚ ਕੀ ਹੈ ਵੀ ਆਪਣੇ ਵਿਰੋਧੀ ਨਕਸਲਵਾਦੀ ਕਵੀਆਂ ਦਾ
ਉੱਤਰ ਹੈ ਜਿਹੜਾ ਉਸ ਨੂੰ ਦਿੱਤਾ ਹੈ, ਉਹਨਾਂ ਨੂੰ ਜਵਾਬ ਦਿੱਤਾ ਹੈ ਕਵੀ ਨੇ। ਲੀਕ ਕਵਿਤਾ ਦੇ ਵਿੱਚ ਕਵੀ ਆਪਣੇ ਨਾਲਲੇ ਜਿਹੜੇ ਕਵੀ ਹੈ, ਵਿਰੋਧੀ ਹੈ, ਜਿਹੜੇ ਆਪਸ ਦੇ ਵਿੱਚ ਵਿਚਾਰ ਨਹੀਂ ਮਿਲਦੇ ਤਾਂ ਇੱਕ ਦੂਜੇ ਦੇ ਵਿਚਾਰ ਵਿਰੋਧੀ ਕਵੀ ਹੋ ਗਏ। ਉਹ ਵਿਚਾਰ ਵਿਰੋਧੀ ਕਵੀ ਹੈ ਜਿਹੜੇ, ਉਹ ਨਕਸਲਵਾਦੀ ਕਵੀ ਹੈ ਦੂਸਰੇ। ਤੇ ਜਿਹੜਾ ਆਪਾਂ ਸੋਹਣ ਸਿੰਘ ਮੀਸ਼ੇ ਨੂੰ ਕਿਹਾ ਜਾਂਦਾ, ਸੋਹਣ ਸਿੰਘ ਮੀਸ਼ਾ ਯਥਾਰਥਵਾਦੀ ਕਵੀ ਹੈ। ਆਪਣੇ ਵਿਰੋਧੀ ਨਕਸਲਵਾਦੀ ਕਵੀਆਂ ਦਾ ਉੱਤਰ ਦਿੱਤਾ ਹੈ। ਆਪਣੀ ਆਲੋਚਨਾ ਦੇ ਪ੍ਰਤੀਕਰਮ ਦੇ ਵਿੱਚ ਕਵਿਤਾ, ਪ੍ਰਤੀ ਉੱਤਰ ਦੇ ਵਿੱਚ ਕਵਿਤਾ ਲਿਖੀ ਗਈ ਹੈ। ਕਵੀ ਸੋਹਣ ਸਿੰਘ ਮੀਸ਼ਾ ਨੇ ਆਪਣੀ ਆਲੋਚਨਾ ਦੇ ਪ੍ਰਤੀਕਰਮ ਦੇ ਵਿੱਚ ਕਿਹੜੀ ਕਵਿਤਾ ਲਿਖੀ ਹੈ? ਕੀ ਦਸਤਕ ਲਿਖੀ ਹੈ, ਕੀ ਪ੍ਰਿਜ਼ਮ ਲਿਖੀ ਹੈ, ਕੀ ਕੱਚ ਦੇ ਵਸਤਰ ਲਿਖੀ ਹੈ, ਜਾਂ ਲੀਕ ਕਵਿਤਾ? ਜੀ ਲੀਕ ਕਵਿਤਾ ਲਿਖੀ ਹੈ। ਸੋ ਲੀਕ ਕਵਿਤਾ ਕਵੀ ਆਪਣੀ ਆਲੋਚਨਾ ਦੇ ਪ੍ਰਤੀ ਉੱਤਰ ਦੇ ਵਿੱਚ ਲਿਖ ਰਿਹਾ ਹੈ। ਜੇ ਸਮਝੇ ਮਹਿਰਮ ਦਿਲ ਦੇ ਸਨ, ਹੁਣ ਜਦੋਂ ਕੋਈ ਵੀ ਮਿਲਦੇ ਸਨ, ਜੋ ਸਮਝੇ ਮਹਿਰਮ ਦਿਲ ਦੇ ਸਨ, ਜਿਹੜੇ ਜਿਨ੍ਹਾਂ ਨੂੰ ਸਮਝਿਆ ਸੀ ਮੈਂ ਵੀ ਮੇਰੇ ਦਿਲ ਦੇ ਬਹੁਤ ਕਰੀਬ ਆ ਬੰਦੇ, ਜਦੋਂ ਕਦੀ ਵੀ ਮਿਲਦੇ ਹਨ ਉਹੋ ਹੀ ਕਵੀ ਨਾਲ ਨੇ, ਜੁਝਾਰਵਾਦੀ ਕਵੀ, ਨਕਸਲਵਾਦੀ ਕਵੀ। ਤਲਵਾਰ ਨਾਲ ਸੰਗੀਨ ਲਾਣ ਜਾਂ ਕਲਮ ਦੀ ਨੋਕ ਮਹੀਨ ਨਾਲ, ਜਾਂ ਤਾਂ ਤਲਵਾਰ ਤੇ ਸੰਗੀਨ ਹੈ ਨਾ, ਤਲਵਾਰ ਸੰਗੀਨ ਬੰਦੂਕ ਨੂੰ ਕਿਹਾ ਜਾਂਦਾ, ਬੰਦੂਕ ਦੇ ਅਗਲੇ ਪਾਸੇ ਜਿਹੜਾ ਕੁੰਦਾ ਲੱਗਿਆ ਹੁੰਦਾ ਉਸ ਨੂੰ ਸੰਗੀਨ ਕਿਹਾ ਜਾਂਦਾ। ਤਲਵਾਰਾਂ ਨਾਲ ਸੰਗੀਨਾਂ ਨਾਲ, ਸੋ ਤਲਵਾਰ ਤੇ ਸੰਗੀਨ ਦੀ ਗੱਲ ਕੌਣ ਕਰ ਰਿਹਾ? ਸੋਹਣ ਸਿੰਘ ਮੀਸ਼ਾ ਵਰਗਾ ਯਥਾਰਥਵਾਦੀ ਕਵੀ ਤਾਂ ਨਹੀਂ ਕਰ ਰਿਹਾ। ਨਕਸਲਵਾੜੀ ਲਹਿਰ ਦੇ ਨਾਲ ਸੰਬੰਧਿਤ ਕਵੀ ਹੈ ਜਿਹੜੇ, ਜੁਝਾਰਵਾਦੀ ਵਿਦਰੋਹੀ ਕਵਿਤਾ ਲਿਖਣ ਵਾਲੇ ਜਿਹੜੇ ਕਵੀ, ਉਹੀ ਗੱਲ ਕਰਨਗੇ ਤਲਵਾਰ ਦੀ, ਸੰਗੀਨ ਦੀ। ਧਰਤੀ ਦੇ ਪਿੰਡੇ ਗੋਰੇ ਤੇ ਜਾਂ ਚਿੱਟੇ ਕਾਗਜ਼ ਕੋਰੇ ਤੇ ਖਿੱਚਦੇ ਨੇ ਲੀਕ ਬਰੀਕ ਜਹੀ, ਮੇਰੇ ਦਿਲ 'ਚੋਂ ਉਠਾਈ ਚੀਕ ਜਹੀ, ਦੱਸ ਪੇ ਤੇ ਆਪਣੇ ਖਾਸੇ ਦਾ, ਤੂੰ ਲੀਕੋ ਕਿਹੜੇ ਪਾਸੇ ਦਾ, ਇਹ ਪੁੱਛਣ ਤੇ ਨਾ ਕੁਝ ਕਹਾਂ, ਸੋਚੀ ਪੈ ਜਾਵਾਂ ਚੁੱਪ ਰਹਾ। ਜਿਹੜੇ ਕੀ ਹੈ, ਜਿਹੜੇ ਸਾਡੇ ਜੁਝਾਰਵਾਦੀ ਕਵੀ ਹੈ, ਵਿਦਰੋਹੀ ਕਵੀ ਹੈ, ਜਿਹੜੇ ਵਿਦਰੋਹੀ ਕਵਿਤਾ ਲਿਖਣ ਵਾਲੇ ਆ, ਉਹ ਮੈਨੂੰ ਪੁੱਛਦੇ ਆ ਲੀਕ ਖਿੱਚ ਕੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਇਤਿਹਾਸ ਦੇ ਵਿੱਚ ਲੀਕ ਖਿੱਚਣ ਵਾਲੀ ਆਉਂਦੀ ਹੈ ਨਾ, ਇੱਕ ਮਤਲਬ ਕੀ ਹੈ ਵੀ ਇੱਥੇ ਤਾਂ ਚਲੋ ਇੱਕ ਪ੍ਰਤੀਕ ਦੇ ਵਿੱਚ ਲਈ ਗਈ ਹੈ, ਸੱਚਮੁੱਚ ਕੀ ਇਤਿਹਾਸ ਦੇ ਵਿੱਚ ਆਉਂਦੀ ਹੈ? ਬਿਲਕੁਲ ਆਉਂਦੀ ਹੈ। ਇਤਿਹਾਸ ਦੇ ਵਿੱਚ ਹੋਇਆ ਨਾ ਇੱਕ ਸਿੱਖ ਯੋਧਾ ਬਾਬਾ ਦੀਪ ਸਿੰਘ, ਤੁਸੀਂ ਨਾਮ ਸੁਣਿਆ ਹੋਣਾ, ਜਿਹਨੇ ਸਿਰ ਲੱਥਣ ਦੇ ਬਾਵਜੂਦ ਵੀ ਆਪਣੀ ਲੜਾਈ ਜਾਰੀ ਰੱਖੀ ਸੀ ਹਰਿਮੰਦਰ ਸਾਹਿਬ ਦੀ ਸਾਖ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਾਖ ਨੂੰ ਬਚਾਉਣ ਵਾਸਤੇ। ਤੇ ਜਦੋਂ ਉਹ ਕੀ ਹੈ ਵੀ ਉਹ ਜਦੋਂ ਸ਼ਖਸ ਨੇ ਕੀ ਕੀਤਾ ਸੀ, ਉਸ ਮਹਾਨ ਸ਼ਖਸੀਅਤ ਨੇ, ਉਸ ਯੋਧੇ ਨੇ ਕੀ ਕੀਤਾ ਸੀਗਾ ਵੀ ਉਹਨੇ ਇੱਕ ਲੀਕ ਖਿੱਚ ਲਈ ਸੀ। ਤਾਂ ਉਹ ਕਹਿੰਦਾ ਵੀ ਜਿਹਨੇ ਸਿਰ ਮਤਲਬ ਆਪਣਾ ਲਵਾਉਣਾ, ਜਿਹਨੇ ਕੁਰਬਾਨੀ ਦੇਣੀ ਆ, ਉਹ ਲੀਕ ਦੇ ਇਸ ਪਾਸੇ ਆ ਜਾਓ, ਤੇ ਜਿਹਨੇ ਨਹੀਂ ਉਹ ਆਪਣਾ ਲੀਕ ਦੇ ਪਰੇ ਜਾ ਸਕਦਾ, ਉਹ ਵਾਪਸ ਆਪਦੇ ਘਰ ਨੂੰ ਪਰਤ ਸਕਦਾ। ਹੁਣ ਇੱਥੇ ਉਹ ਲੀਕ ਤਾਂ ਨਹੀਂ ਗਈ ਇਹ, ਖੈਰ, ਪਰ ਵੈਸੇ ਹੀ ਮੈਨੂੰ ਇੱਕ ਗੱਲ ਯਾਦ ਆ ਗਈ ਵਿੱਚੋਂ, ਮੈਂ ਤੁਹਾਨੂੰ ਤਾਂ ਦੱਸੀ ਹੈ, ਤੁਹਾਡੇ ਨਾਲ ਸਿਰਫ ਸਾਂਝੀ ਕੀਤੀ ਹੈ। ਤੂੰ ਲੀਕੋ ਕਿਹੜੇ ਪਾਸੇ ਦਾ, ਇਹ ਪੁੱਛਣ ਤੇ ਨਾ ਕੁਝ ਕਹਾਂ, ਸੋਚੀ ਪੈ ਜਾਵਾਂ ਚੁੱਪ ਰਹਾ। ਕਵੀ ਕਹਿੰਦਾ ਮੈਂ ਸੋਚੀ ਪੈ ਜਾਣਾ, ਮੈਂ ਚੁੱਪ ਹੋ ਜਾਣਾ ਵੀ ਜਦੋਂ ਮੈਨੂੰ ਪੁੱਛਦੇ ਆ ਵੀ ਹਾਂ ਵੀ ਤੂੰ ਕਿਹੜੇ ਪਾਸੇ ਦਾ ਕਵੀ ਹੈ, ਤੂੰ ਜੁਝਾਰਵਾਦੀ ਕਵੀ ਹੈਗਾ ਹੈ ਕਿ ਨਹੀਂ, ਕੀ ਤੂੰ ਵਿਦਰੋਹੀ ਕਵੀ ਹੈਗਾ ਹੈ ਕਿ ਨਹੀਂ। ਖੁਦਗਰਜ ਕਹਿਣ, ਗੱਦਾਰ ਕਹਿਣ, ਮੈਨੂੰ ਖੁਦਗਰਜ ਕਹਿੰਦੇ ਆ, ਮੈਨੂੰ ਗੱਦਾਰ ਕਹਿੰਦੇ ਆ। ਚਾਲਾਕ ਜਿਹਾ ਮਕਾਰ ਕਹਿਣ, ਮਕਾਰ ਧੋਖੇਬਾਜ਼ੀ ਨੂੰ ਆਪਾਂ ਕਹਿ ਦਿੰਦੇ ਹਾਂ, ਚਲਾਕ ਕਹਿਣ। ਅੱਗੇ ਕੀ ਹੈ, ਕੁਝ ਦਿਲ ਸਮਝੌਤਾ ਕਾਰ ਕਹਿਣ, ਇਹ ਕੀ ਮੇਰੇ ਯਾਰ ਕਹਿਣ। ਮੇਰੇ ਉਹ ਜਿਹੜੇ ਵਿਰੋਧੀ ਹੈ, ਜੋ ਮੇਰੇ ਕਿਉਂਕਿ ਕਵਿਤਾ ਲਿਖਦੇ ਆ ਨਾ, ਤਾਂ ਫਿਰ ਕਵਿਤਾ ਵਾਲੇ ਤਾਂ ਯਾਰ ਹੋਏ ਹੀ ਨਾ ਇਕੱਠੇ, ਕਿਉਂਕਿ ਦੂਸਰੇ ਕਵੀ ਵੀ ਕਵਿਤਾ ਲਿਖ ਰਹੇ ਆ ਅਤੇ ਸੋਹਣ ਸਿੰਘ ਮੀਸ਼ਾ ਵੀ ਤਾਂ ਕਵਿਤਾ ਲਿਖ ਰਿਹਾ। ਸਾਂਝੀ ਗੱਲ ਤਾਂ ਹੈ ਇੱਕ ਉਹਨਾਂ ਦੇ ਵਿੱਚ, ਚਾਹੇ ਉਹਨਾਂ ਦੇ ਵਿਚਾਰ ਵਿਰੋਧ ਦੇ ਵਿੱਚ ਹਨ, ਹੈ ਨਾ। ਮੈਨੂੰ ਬੁੱਝਦਿਲ ਕਹਿੰਦੇ ਆ, ਮੈਨੂੰ ਕਹਿੰਦੇ ਆ ਤੂੰ ਸਮਝੌਤਾ ਕਰ ਲਿਆ, ਵੀ ਐਵੇਂ ਸਮਝੋ ਵੀ ਸੋਹਣ ਸਿੰਘ ਮੀਸ਼ਾ ਕਹਿ ਰਿਹਾ ਕਿ ਮੰਨ ਲਓ ਕੋਈ ਸਰਕਾਰੀ ਅਹੁਦੇ 'ਤੇ ਹੋਵੇ ਤਾਂ ਉਸ ਨੂੰ ਕਿਹਾ ਜਾਵੇ ਵੀ ਹਾਂ ਵੀ ਤੂੰ ਸਰਕਾਰੀ ਅਹੁਦੇ ਨੂੰ ਚੁਣੇਗਾ ਜਾਂ ਆਪਣੇ ਸਰਕਾਰ ਦੇ ਵਿਰੋਧੀ ਬੰਦਿਆਂ ਨੂੰ, ਜਿਹੜੇ ਵਿਦਰੋਹ ਦੀ ਭਾਵਨਾ ਦੇ ਵਿੱਚ ਹੈ, ਜਿਹੜੇ ਬਾਗੀਏ। ਮੈਂ ਸਭ ਮੁਸਕਾ ਕੇ ਸਹਿ ਜਾਨਾ, ਮੁਸਕਾ ਕੇ ਮਤਲਬ ਮੁਸਕਰਾ ਕੇ, ਤੇ ਕਹਿੰਦਾ ਕਹਿ ਜਾਨਾ, ਇਹ ਲੀਕ ਤਾਂ ਸਾਹ ਦੇ ਰਗਦੀ ਹੈ, ਮੇਰੇ ਫੇਫੜਿਆਂ 'ਚੋਂ ਲੰਘਦੀ ਹੈ। ਇਹ ਜਿਹੜੀ ਲੀਕ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਸਾਹ ਦੇ ਰਗਦੀ ਹੈ, ਜਿਹੜੀ ਮੇਰੇ ਫੇਫੜਿਆਂ ਦੇ ਵਿੱਚੋਂ ਦੀ ਲੰਘਦੀ ਹੈ। ਕੱਚ ਦੇ ਵਸਤਰ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਕਵਿਤਾ ਹੈ, ਲੀਕ ਨਾਮ ਹੈ ਇਸ ਕਵਿਤਾ ਦਾ। ਤੇ ਲਓ ਜੀ, ਸਾਡਾ ਕਵੀ ਸੋਹਣ ਸਿੰਘ ਮੀਸ਼ਾ ਜਿਹੜਾ ਉਹ ਕਲੀਅਰ ਹੋ ਚੁੱਕਿਆ। 4 ਕਵਿਤਾਵਾਂ ਸੀ। ਚੁਰਸਤਾ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ। ਪ੍ਰਾਹੁਣੀ ਕਵਿਤਾ ਜਿਹੜੀ ਉਹ
ਆਪਣੀ ਹੈਗੀ ਆ ਚੁਰਸਤਾ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਪ੍ਰਿਜ਼ਮ ਕਵਿਤਾ ਦਸਤਕ ਕਾਵਿ ਸੰਗ੍ਰਹਿ ਚੋਂ ਤੇ ਲੀਕ ਕਵਿਤਾ ਕੱਚ ਦੇ ਵਸਤਰ ਕਾਵਿ ਸੰਗ੍ਰਹਿ ਚੋਂ। ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਉਹ ਤੁਸੀਂ ਇਸ ਤਰ੍ਹਾਂ ਹੀ ਆਪਣੀ ਇਸੇ ਬੁੱਕ ਤੇ ਹੀ ਨੋਟ ਕਰ ਲਿਓ ਡਾਇਰੈਕਟ ਹੀ। ਲਓ ਜੀ, ਜਲਦੀ ਮਿਲਦੇ ਆ ਅਗਲੀ ਜਮਾਤ ਲੈ ਕੇ। ਸਤਿ ਸ੍ਰੀ ਅਕਾਲ।